ਹੈਲੋ, ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ। ਅੱਜ ਆਪਾਂ ਫਿਰ ਪੰਜਾਬ ਰਾਜ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਵੱਲੋਂ ਚਲਾਏ ਜਾ ਰਹੇ ਜੋ ਨਿੰਮੀ ਪੰਜਾਬੀ ਸੈਮ ਦੇ ਮਾਧਿਅਮ ਰਾਹੀਂ ਆਪਾਂ ਅੱਜ ਫਿਰ ਇਸ ਮੰਚ ਤੇ ਇਕੱਠੇ ਹੋਏ ਹਾਂ। ਸੋ ਮੈਂ ਰਣਧੀਰ ਸਿੰਘ ਬੱਲ, ਸਰਵੇਅਰ ਇੰਸਟ੍ਰਕਟਰ ITI ਫਤਿਹਗੜ੍ਹ ਚੂੜੀਆਂ, ਆਪ ਜੀ ਦਾ ਸਮੂਹ ਇੰਸਟ੍ਰਕਟਰ ਸਾਹਿਬਾਨ ਦਾ, ਸਿੱਖਿਆਰਥੀਆਂ ਦਾ ਬਹੁਤ ਬਹੁਤ ਇਸ ਵੇਲੇ ਜੁੜਨ ਨਾਲ ਧੰਨਵਾਦ ਕਰਦਾ ਵਾਂ। ਸੋ ਸਾਡਾ ਜਿਹੜਾ ਪੁਰਾਣਾ ਟੌਪਿਕ ਸੀਗਾ ਕੰਪਾਸ ਸਰਵੇ 1, ਉਹਦੇ ਬਾਰੇ ਆਪਾਂ ਮਤਲਬ ਗੱਲ ਕੀਤੀ ਸੀਗੀ। ਅੱਜ ਸਾਡਾ ਟੌਪਿਕ ਜਿਹੜਾ ਵਾ ਕੰਪਾਸ ਸਰਵੇ 2 ਆ। ਸੋ ਅੱਜ ਆਪਾਂ ਕੰਪਾਸ ਸਰਵੇ ਦਾ ਜਿਹੜਾ ਸੈਕੰਡ ਟੌਪਿਕ ਕਰਕੇ ਕੰਪਾਸ ਦੀ ਰਿਵੀਜ਼ਨ ਆਪਾਂ ਕਰ ਲੈਣੀ ਆ। ਸੋ ਆਪਾਂ ਮਤਲਬ ਸਭ ਤੋਂ ਪਹਿਲਾਂ ਜੋ ਸਾਡਾ ਪੰਜਾਬ ਸਰਕਾਰ ਦਾ ਮਿਸ਼ਨ ਫਤਿਹ ਆ, ਉਹਨੂੰ ਆਪਾਂ ਯਾਦ ਰੱਖਣਾ ਵਾ। ਸੋ ਕਿ ਕਰੋਨਾ ਵਾਇਰਸ ਜੋ ਹੈ, ਸੋ ਕਰੋਨਾ ਵਾਇਰਸ ਜਿਹੜਾ ਵਾ ਉਹਨੂੰ ਆਪਾਂ ਮਤਲਬ ਉੱਤੇ ਆਪਾਂ ਫਤਿਹ ਕਰਨੀ ਆ ਪੰਜਾਬ ਸਰਕਾਰ ਦਾ ਸਾਥ ਦੇ ਕੇ। ਜਿਵੇਂ ਮੈਂ ਤੁਹਾਨੂੰ ਸਨੈਪਸ ਦਿਖਾ ਰਿਹਾ ਵੀ ਕਿਸੇ ਨਾਲ ਹੱਥ ਨਾ ਮਿਲਾਓ, ਦੂਰ ਤੋਂ ਨਮਸਤੇ ਸਤਿ ਸ੍ਰੀ ਅਕਾਲ ਕਰਨੀ ਆ। ਦੂਸਰੀ ਫੋਟੋ ਜਿਹੜੀ ਭੀੜ ਭਾੜ ਵਾਲੇ ਇਲਾਕਿਆਂ ਵਿੱਚ ਇਕੱਠ ਆਦਿ ਵਿੱਚ ਸ਼ਾਮਲ ਨਾ ਹੋ। ਥੋੜੀ ਦੇਰ ਬਾਅਦ ਆਪਣੇ ਹੱਥ ਸਾਬਣ ਨਾਲ ਚੰਗੀ ਤਰ੍ਹਾਂ 20 ਸੈਕਿੰਡ ਲਈ ਧੋ। ਸਿਰਫ ਜ਼ਰੂਰੀ ਕੰਮ ਲਈ ਹੀ ਘਰੋਂ ਬਾਹਰ ਬਾਜ਼ਾਰ ਜਾਓ ਤੇ ਮੂੰਹ ਤੇ ਮਾਸਕ ਜ਼ਰੂਰ ਲਗਾਓ। ਛੋਟੇ ਬੱਚੇ ਤੇ ਜਿਹੜੇ ਬਜ਼ੁਰਗ ਆ ਉਹ ਜ਼ਿਆਦਾ ਇਫੈਕਟ ਹੋ ਰਹੇ ਆ, ਸੋ ਉਹਨਾਂ ਨੂੰ ਕੋਸ਼ਿਸ਼ ਕਰੋ ਕਿ ਬਿਲਕੁਲ ਨਿਕਲ ਨਾ ਦਿੱਤਾ ਜਾਵੇ, ਪਰ ਫਿਰ ਵੀ ਹੋਵੇ ਤਾਂ ਫਿਰ ਸੇਫਟੀ ਨਾਲ ਉਹਨੂੰ ਬਾਹਰ ਜਾਣ ਦੀ ਆਗਿਆ ਦਿੱਤੀ ਜਾਵੇ। ਸੋ ਆਪਣਾ ਟੌਪਿਕ ਆਪਾਂ ਸ਼ੁਰੂ ਕਰ ਰਹੇ ਹਾਂ। ਅੱਜ ਦਾ ਜਿਹੜਾ ਸਾਡਾ ਟੌਪਿਕ ਆ, ਸੋ ਕੰਪਾਸ ਦਾ ਆਪਾਂ ਉਸ ਦਿਨ ਕੀਤਾ ਸੀਗਾ ਡੈਜੀਗਨੇਸ਼ਨ ਆਫ ਬੇਰਿੰਗ। ਜਿਹੜੀ ਬੇਰਿੰਗ ਨੂੰ ਆਪਾਂ ਦੇਖਿਆ ਸੀਗਾ ਕਿ ਹੋਲ ਸਰਕਲ ਬੇਰਿੰਗ ਹੁੰਦੀ ਆ, ਕੁਆਡਰੈਂਟਲ ਬੇਰਿੰਗ ਹੁੰਦੀ ਆ। ਉਹਦੇ ਵਿੱਚ ਆਪਾਂ ਹੋਲ ਸਰਕਲ ਬੇਰਿੰਗ ਤੇ ਕੁਆਡਰੈਂਟਲ ਬੇਰਿੰਗ ਨੂੰ ਚੇਂਜ ਕਰਨਾ ਸਿੱਖਿਆ ਸੀਗਾ। ਕੰਪਾਸ ਦੇ ਪਾਰਟਸ ਬਾਰੇ ਸਿੱਖਿਆ ਸੀਗਾ। ਸੋ ਮੈਂ ਥੋੜਾ ਜਿਹਾ ਰਿਕਾਪ ਕੀਤਾ ਵਾ ਕਿ ਤੁਹਾਨੂੰ ਜਿਹੜਾ ਟੌਪਿਕ ਆ ਨਾਲ ਤੁਸੀਂ ਜੋੜ ਸਕੋ। ਸੋ ਅੱਜ ਆਪਾਂ ਗੱਲ ਕਰਾਂਗੇ ਬੇਰਿੰਗ ਦੀਆਂ ਜਿਹੜੀਆਂ ਫੋਰ ਬੇਰਿੰਗ ਤੇ ਬੈਕ ਬੇਰਿੰਗ। ਸੋ ਫੋਰ ਬੇਰਿੰਗ ਕਿਹਨੂੰ ਕਹਿੰਦੇ ਆ? ਹੁਣ ਇੱਥੇ ਲਿਖਿਆ ਬੇਰਿੰਗ ਇਜ਼ ਦਾ ਲਾਈਨ ਮਾਈਅਰ ਇਨ ਦਾ ਫਾਰਵਰਡ ਡਾਇਰੈਕਸ਼ਨ ਆਫ ਦਾ ਸਰਵੇ ਲਾਈਨ ਇਜ਼ ਕਾਲਡ ਫੋਰ ਬੇਰਿੰਗ। ਜਦੋਂ ਆਪਾਂ ਕੰਪਾਸ ਸੈੱਟ ਕਰਦੇ ਆ ਤੇ ਜਿਹੜੇ ਸਟੇਸ਼ਨ ਤੇ ਕੰਪਾਸ ਸੈੱਟ ਕੀਤੀ ਉਹਦੀ ਟੈਂਪਰੇਰੀ ਐਡਜਸਟਮੈਂਟ ਕੀਤੀ ਆ, ਤੇ ਆਪਾਂ ਜਦੋਂ ਆਪਣੇ ਅੱਗੇ ਵਾਲੇ ਬੰਨੇ ਵਾਲਾ ਜਿਹੜਾ ਸਟੇਸ਼ਨ ਆ ਫਾਰਵਰਡ, ਉਹਦੀ ਜਦੋਂ ਆਪਾਂ ਬੇਰਿੰਗ ਪੜ੍ਹਦੇ ਆ ਡੈਟ ਇਜ਼ ਫੋਰ ਬੇਰਿੰਗ। ਜਿੱਦਾਂ ਮੰਨ ਲਓ ਸਟੇਸ਼ਨ ਇੱਕ A ਆ ਇੱਕ B ਆ। A ਤੇ ਆਪਾਂ ਕੰਪਾਸ ਨੂੰ ਸੈੱਟ ਕਰ ਲਿਆ ਵਾ ਤੇ ਆਪਾਂ B ਨੂੰ ਸਾਈਡ ਕੀਤਾ ਵਾ, ਤੇ ਜਿਹੜੀ A ਤੋਂ B ਦੀ ਜਿਹੜੀ ਬੇਰਿੰਗ ਪੜੀ ਜਾਊਗੀ ਉਹ ਤੁਹਾਡੀ ਫੋਰ ਬੇਰਿੰਗ ਹੋਊਗੀ। ਇਸੇ ਤਰ੍ਹਾਂ ਬੈਕ ਬੇਰਿੰਗ ਜਿਹੜੀ ਆ, ਆਪਾਂ ਹੁਣ ਰੇਂਜਿੰਗ ਰੋਡ A ਤੇ ਗੱਡਤਾ ਵਾ ਤੇ ਜਿਹੜਾ B ਵਾਲਾ ਰੇਂਜਿੰਗ ਰੋਡ ਪੱਟ ਕੇ ਆਪਾਂ ਉੱਥੇ ਕੰਪਾਸ ਸੈੱਟ ਕਰਤੀ ਆ ਤੇ ਫਿਰ ਆਪਾਂ A ਨੂੰ ਸਾਈਡ ਕੀਤਾ ਵਾ। ਤੇ ਫਿਰ ਜਦੋਂ B ਤੋਂ A ਦੀ ਬੇਰਿੰਗ ਪੜੀ, ਇਟ ਮੀਨਸ ਇਹ ਇਹਦੀ ਬੈਕ ਬੇਰਿੰਗ ਹੋਊਗੀ। ਸੋ ਜਿਵੇਂ ਫੋਰ ਐਗਜ਼ਾਮਪਲ ਆਪਾਂ ਜਲੰਧਰ ਤੋਂ ਅੰਮ੍ਰਿਤਸਰ ਜਾਂਦੇ ਆ ਤੇ ਉੱਥੇ ਬੱਸ ਵਾਲਿਆਂ ਨੇ ਵੇਖੋ ਗੜੀ ਤਖਤੀ ਲਾਈ ਹੁੰਦੀ ਆ। ਜਦੋਂ ਉਹਨਾਂ ਨੇ ਜਲੰਧਰ ਨੂੰ ਜਾਣਾ ਹੁੰਦਾ ਅੱਗੇ ਉਹਨਾਂ ਲਿਖਿਆ ਹੁੰਦਾ ਜਲੰਧਰ, ਤੇ ਜਦੋਂ ਜਲੰਧਰੋਂ ਅੰਮ੍ਰਿਤਸਰ ਆਉਣੀ ਆ ਤੇ ਫਿਰ ਗਾੜੀ ਉਹਨਾਂ ਨੇ ਤਖਤੀ ਪਲਟ ਕੇ ਅੰਮ੍ਰਿਤਸਰ ਵਾਲੇ ਪਾਸੇ ਕਰ ਦਿੱਤੀ ਜਾਂਦੀ ਆ। ਇਹਦਾ ਮਤਲਬ ਆਪਾਂ A ਤੋਂ ਜਦੋਂ ਬੇਰਿੰਗ ਪੜੀ ਉਹ ਫੋਰ ਬੇਰਿੰਗ ਆ, ਜਦੋਂ B ਤੋਂ A ਦੀ ਬੇਰਿੰਗ ਪੜੀ ਉਹ ਉਹਦੀ ਬੈਕ ਬੇਰਿੰਗ ਆ। ਸੋ ਆ ਤੁਸੀਂ ਫਿਗਰ ਤੋਂ ਕਲੀਅਰ ਕਰ ਜਾਓਗੇ। ਇਹ ਦੇਖੋ ਹੁਣ ਇੱਕ A ਸਟੇਸ਼ਨ ਆ, ਉੱਥੋਂ B ਦੀ ਬੇਰਿੰਗ ਪੜੀ ਆ ਆਪਾਂ। ਸੋ ਜਿਹੜੀ A ਤੋਂ B ਦੀ ਬੇਰਿੰਗ ਪੜੀ ਆ ਉਹਨੂੰ ਆਪਾਂ ਫੋਰ ਬੇਰਿੰਗ ਕਿਹਾ, ਤੇ B ਤੋਂ ਜਦੋਂ A ਦੀ ਬੇਰਿੰਗ ਪੜਦੇ ਪਏ ਆ, ਆਹ ਦੇਖੋ ਰਿਫਲੈਕਸ ਐਂਗਲ ਆ। ਰਿਫਲੈਕਸ ਐਂਗਲ ਦਾ ਮਤਲਬ ਜਿਹੜਾ ਐਂਗਲ 180 ਤੋਂ ਵੱਧ ਹੋਵੇ ਤੇ 360 ਤੋਂ ਘੱਟ ਹੋਵੇ, ਮਤਲਬ ਆ ਵਡੇਰਾ ਕੋਣ ਬਣਿਆ ਹੋਇਆ। ਸੋ ਇੱਥੇ ਇੱਕ ਅਕਿਊਟ ਐਂਗਲ ਆ, ਉਧਰ ਬੰਨੇ ਵੇਖੋ ਤੁਹਾਡਾ ਰਿਫਲੈਕਸ ਐਂਗਲ ਬਣਿਆ। ਸੋ ਉਹ ਜਿਹੜੀ ਉਹਦੀ ਬੈਕ ਬੇਰਿੰਗ ਆ। ਸੋ ਫੋਰ ਬੇਰਿੰਗ ਤੇ ਬੈਕ ਬੇਰਿੰਗ ਬਾਰੇ ਤੁਹਾਨੂੰ ਪਤਾ ਲੱਗ ਗਿਆ। ਸੋ ਤੁਸੀਂ ਹੁਣ ਮਤਲਬ ਦੇਖੋਗੇ ਅੱਗੇ ਫੋਰ ਬੇਰਿੰਗ।
Forbearing of a line measured in the forward direction along the progress of survey। ਜਦੋਂ ਸਰਵੇ ਦੀ ਆਪਾਂ ਪ੍ਰੋਗਰੈਸ ਕਰਨੀ ਆ ਮੀਨਸ ਆਪਾਂ ਕੋਈ ਰੂਟ ਆ ਜਿਵੇਂ ਕੋਈ ਸੜਕ ਦਾ ਸਰਵੇ ਕਰਦੇ ਪਏ ਆ ਤੇ ਆਪਾਂ ਅਗਾਹ ਨੂੰ ਵੱਧ ਰਹੇ ਆ ਇਜ਼ ਨੋਨ ਐਜ਼ ਫੋਰਬੇਰਿੰਗ। ਫੋਰਬੇਰਿੰਗ ਤੇ ਬੈਕ ਬੇਰਿੰਗ ਦਾ ਜਿਹੜਾ ਡਿਫਰੈਂਸ ਆ ਉਹ ਹਮੇਸ਼ਾ 180 ਡਿਗਰੀ ਪਲੱਸ ਜਾਂ ਮਾਈਨਸ ਹੁੰਦਾ। ਮਤਲਬ ਜੇਕਰ ਫੋਰਬੇਰਿੰਗ ਜਾਂ ਬੈਕ ਬੇਰਿੰਗ ਦਾ ਡਿਫਰੈਂਸ 180 ਡਿਗਰੀ ਨਹੀਂ ਆਉਂਦਾ ਇਟ ਮੀਨਸ ਆਪਾਂ ਬੇਰਿੰਗ ਫਿਰ ਕਿਤੇ ਨਾ ਕਿਤੇ ਗਲਤ ਪੜ੍ਹਦੇ ਪਏ ਆ। ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ, ਚਰਚਾ ਕਰਾਂਗੇ ਉਹਦੇ ਬਾਰੇ ਵੀ। ਸੋ ਇਸ ਤੋਂ ਬਾਅਦ ਫੋਰਬੇਰਿੰਗ ਤੋਂ ਬਾਅਦ ਆ ਗਈ ਬੈਕ ਬੇਰਿੰਗ। ਬੈਕ ਬੇਰਿੰਗ ਆਫ ਏ ਲਾਈਨ ਮੈਜਰਡ ਇਨ ਦਾ ਬੈਕਵਰਡ ਡਾਇਰੈਕਸ਼ਨ। ਜੋ ਆਪਾਂ ਬੈਕ ਜਾਂਦੇ, ਮੈਂ ਹੁਣੇ ਤੁਹਾਨੂੰ ਸਮਝਾਇਆ A ਤੋਂ ਜਦੋਂ B ਦੀ ਬੇਰਿੰਗ ਪੜੀ ਤੇ B ਤੋਂ ਜਦੋਂ A ਤੇ ਫਿਰ ਆਪਾਂ ਬੇਰਿੰਗ ਪੜ ਰਹੇ ਆ ਦੈਟ ਇਜ਼ ਬੈਕ ਬੇਰਿੰਗ। ਤੇ ਫੋਰ ਬੇਰਿੰਗ ਤੇ ਬੈਕ ਬੇਰਿੰਗ ਦਾ ਜਿਹੜਾ ਡਿਫਰੈਂਸ ਆ ਉਹ ਹਮੇਸ਼ਾ 180 ਡਿਗਰੀ ਹੁੰਦਾ। 180 ਡਿਗਰੀ ਪਲੱਸ ਵੀ ਆ ਸਕਦਾ ਤੇ ਮਾਈਨਸ ਵੀ ਆ ਸਕਦਾ। ਪਲੱਸ ਸਾਈਨ ਕਦੋਂ ਆਉਣਾ ਵਾ ਜਦੋਂ ਫੋਰ ਬੇਰਿੰਗ 180 ਤੋਂ ਘੱਟ ਹੋਊਗੀ ਇਨ ਕੇਸ ਆਫ ਬੈਕ ਬੇਰਿੰਗ। ਤੇ ਜੇਕਰ ਫੋਰ ਬੇਰਿੰਗ 180 ਡਿਗਰੀ ਤੋਂ ਵੱਧ ਹੋਊਗੀ ਤੇ ਉਹਦਾ ਜਿਹੜਾ ਡਿਫਰੈਂਸ ਆ ਉਹ ਮਾਈਨਸ ਦਾ ਆਊਗਾ। ਇਨ ਕੁਆਡਰੈਂਟਲ ਬੇਰਿੰਗ, ਹੁਣ ਜਿਹੜੀ ਕੁਆਡਰੈਂਟਲ ਬੇਰਿੰਗ ਆ ਉਹ ਕਿਹੜੀ ਬੇਰਿੰਗ ਆ? ਜਿਹੜੀ ਤੁਹਾਡੀ ਰਿਡਿਊਸ ਬੇਰਿੰਗ ਆ। ਤੇ ਆਪਾਂ ਉਸ ਦਿਨ ਦੋ ਕੰਪਾਸਾਂ ਦੀ ਗੱਲ ਕੀਤੀ ਸੀ। ਇੱਕ ਆਪਾਂ ਗੱਲ ਕੀਤੀ ਸੀ ਪ੍ਰਿਜ਼ਮੈਟਿਕ ਕੰਪਾਸ ਤੇ ਇੱਕ ਆਪਾਂ ਗੱਲ ਕੀਤੀ ਸੀ, ਮੇਰੇ ਖਿਆਲ ਯਾਦ ਤੁਹਾਨੂੰ ਆ ਗਿਆ ਨਾ, ਦਿਮਾਗ ਦੇ ਵਿੱਚ ਖਨ ਖਨ ਗੋਪਾਲ ਹੋ ਗਿਆ ਨਾ, ਕਿ ਆਪਾਂ ਸਰਵੇਅਰ ਕੰਪਾਸ ਬਾਰੇ ਗੱਲ ਕੀਤੀ ਸੀ। ਤੇ ਜਿਹੜੀ ਬੇਰਿੰਗ ਆਪਾਂ ਸਰਵੇਅਰ ਕੰਪਾਸ ਨਾਲ ਪੜ੍ਹਦੇ ਆ ਉਹਨੂੰ ਆਪਾਂ ਕੁਆਡਰੈਂਟਲ ਬੇਰਿੰਗ ਆਪਾਂ ਕਹਿੰਦੇ, ਕਿਉਂਕਿ ਕੁਆਡਰੈਂਟ ਦੇ ਵਿੱਚ ਹੁੰਦੀ ਆ। ਉਸ ਦਿਨ ਆਪਾਂ ਕਨਵਰਟ ਵੀ ਕੀਤਾ ਸੀ ਨਾ, ਨਾਰਥ ਤੋਂ ਈਸਟ ਕੁਆਡਰੈਂਟ ਆ, ਸਾਊਥ ਤੋਂ ਈਸਟ ਕੁਆਡਰੈਂਟ ਆ, ਨਾਰਥ ਤੋਂ ਵੈਸਟ ਕੁਆਡਰੈਂਟ ਆ ਤੇ ਸਾਊਥ ਤੋਂ ਤੁਹਾਡਾ ਵੈਸਟ ਕੁਆਡਰੈਂਟ ਆ। ਸੋ ਜਿਹੜੀਆਂ ਕੁਆਡਰੈਂਟਲ ਬੇਰਿੰਗ ਹੁੰਦੀਆਂ ਵਾ ਇਹ ਇੱਕ ਦੂਜੇ ਦੇ ਆਪੋਜੀਟ ਉਹਦੀ ਬੈਕ ਬੇਰਿੰਗ ਹੋਊਗੀ। ਜਿੱਦਾਂ ਨਾਰਥ ਈਸਟ ਕੁਆਡਰੈਂਟ ਦੇ ਆਪੋਜੀਟ ਸਾਊਥ ਵੈਸਟ ਕੁਆਡਰੈਂਟ ਆਉਂਦਾ ਵਾ, ਸੋ ਉਹਨਾਂ ਦਾ ਕੇਵਲ ਕੁਆਡਰੈਂਟ ਹੀ ਚੇਂਜ ਹੁੰਦਾ ਵਾ, ਸੋ ਉਹ ਉਹਦੀ ਬੈਕ ਬੇਰਿੰਗ ਹੋਊਗੀ। ਹੁਣ ਦੇਖੋ ਆਹ ਕੁਝ ਐਗਜ਼ਾਮਪਲਸ ਹੈਗੀਆਂ ਵਾ। Following are four bearing were observed from line AB, BC, CD, DE, EF and FG respectively. Determine the back bearing. ਇਹਨਾਂ ਦੀਆਂ back bearing ਕਰਨੀਆਂ ਵਾ। फोर bearing 148 डिग्री ਆ, ਫਿਰ फोर bearing 65 डिग्री ਆ, फोर bearing 285 डिग्री ਆ। ਸੋ ਇਟ ਮੀਨਸ ਇਹਨਾਂ ਦੀ ਆਪਾਂ back bearing ਕਰਨੀ ਆ। ਸੋ ਤੁਹਾਨੂੰ ਇਹ ਗੱਲ ਦਾ ਇੱਕ ਫੰਡਾ ਯਾਦ ਹੋ ਗਿਆ ਹੋਣਾ ਵੀ फोर bearing ਤੇ back bearing ਦਾ ਜਿਹੜਾ ਡਿਫਰੈਂਸ ਆ ਉਹ 180 डिग्री ਦਿੰਦਾ। The difference between four bearing and back bearing always 180 degree। ਸੋ ਇਹਨੂੰ ਬਾਰ-ਬਾਰ ਆਪਾਂ ਯਾਦ ਕਰਨਾ ਵੀ four bearing back bearing ਦਾ ਜਿਹੜਾ ਅੰਤਰ ਆ ਆਪਸ ਵਿੱਚ ਜਿਹੜਾ ਡਿਫਰੈਂਸ ਆ ਉਹ 180 ਡਿਗਰੀ ਦਾ ਰਹਿੰਦਾ ਵਾ। ਸੋ ਆਪਾਂ ਇਹਨੂੰ ਸੋਲਵ ਕਰਦੇ ਆ। ਸੋ ਦੇਖੋ ਸੋਲੂਸ਼ਨ ਦੇ ਵਿੱਚ ਡਿਫਰੈਂਸ ਬਿਟਵੀਨ four bearing and back bearing of a line must be 180 degree। ਮਤਲਬ ਇੱਕ four bearing ਤੇ back bearing ਤੇ ਜਿਹੜਾ ਡਿਫਰੈਂਸ ਆ 180 ਡਿਗਰੀ ਆ। ਮਤਲਬ ਇਹ ਤੁਹਾਨੂੰ ਬਾਰ-ਬਾਰ ਮੈਂ ਕਿਉਂ ਕਹਿ ਰਿਹਾ ਕਿਉਂਕਿ ਤੁਸੀਂ ਟ੍ਰੇਨਿੰਗ ਮੋਸਟਲੀ ਭੁੱਲ ਜਾਂਦੇ ਆ। ਸੋ ਇਹ ਇੱਕ ਫੰਡਾ ਵਾ, ਇਹਨੂੰ ਤੁਹਾਨੂੰ ਯਾਦ ਕਰਨਾ ਪਊਗਾ। ਬਾਰ-ਬਾਰ ਅਸੀਂ ਜਦੋਂ ਪੜਾਂਗੇ, ਬਾਰ-ਬਾਰ ਜਦੋਂ ਸੁਣਾਂਗੇ ਉਹ ਗੱਲ ਸਾਡੇ ਦਿਮਾਗ ਦੇ ਵਿੱਚ ਫਿੱਟ ਹੋ ਜਾਂਦੀ ਹੈ। ਕਹਿੰਦੇ ਨਾ ਪਾਣੀ ਦੀ ਧਾਰ ਵੀ ਜੇ ਪੱਥਰ ਤੇ ਪਵੇ ਲਗਾਤਾਰ ਤੇ ਪੱਥਰ ਦਾ ਤੇ ਵੀ ਨਿਸ਼ਾਨ ਬਣ ਜਾਂਦਾ। ਸੋ ਇਸ ਕਰਕੇ ਜੇ ਬਾਰ-ਬਾਰ ਅਸੀਂ ਹਰ ਚੀਜ਼ ਨੂੰ ਪੜ੍ਹਦੇ ਆ, ਬਾਰ-ਬਾਰ ਰਿਪੀਟ ਕਰਦੇ ਆ, ਸੋ ਉਹ ਗੱਲ ਫਿਰ ਸਾਡੇ ਦਿਮਾਗ ਦੇ ਵਿੱਚ ਇੱਕ ਫਿੱਟ ਹੋ ਜਾਂਦੀ ਆ। ਸੋ ਨਥਿੰਗ ਡੈਟ ਦਾ ਹੋਲ ਸਰਕਲ ਐਂਗਲ ਫਰੋਮ ਦਾ 0 ਤੋਂ 360 ਡਿਗਰੀ। ਸੋ ਜਦੋਂ ਵੇਖੋ ਬੈਕ ਬੇਰਿੰਗ ਕਰਨੀ ਆ, फोर बेरिंग ਦੇ ਵਿੱਚ 180 ਪਲੱਸ ਕਰਾਂਗੇ ਜਾਂ 180 ਮਾਈਨਸ ਕਰਾਂਗੇ। ਸੋ 180 ਪਲੱਸ ਕਰਾਂਗੇ ਜਦੋਂ 180 ਡਿਗਰੀ ਤੋਂ ਘੱਟ ਵਾ ਕੀ ਭਲਾ फोर बेरिंग। 180 ਮਾਈਨਸ ਕਰਾਂਗੇ ਤੇ ਉਦੋਂ ਜਦੋਂ 180 ਤੋਂ ਵੱਧ ਆ। ਸੋ ਆ ਵੇਖੋ ਤੁਸੀਂ ਧਿਆਨ ਨਾਲ ਅਗਲਾ ਜਿਹੜਾ ਬੈਕ ਬੇਰਿੰਗ ਆਫ AB। ਹੁਣ AB ਦੀ फोर बेरिंग 145 ਡਿਗਰੀ ਸੀਗੀ ਤੇ ਆਪਾਂ 145 180 ਤੋਂ ਘੱਟ ਆ। ਸੋ ਇਸ ਕਰਕੇ ਆਪਾਂ 180 ਵਿੱਚ ਪਲੱਸ ਕਰਤੇ ਆ। ਸੋ 325 ਡਿਗਰੀ ਇਹਦੀ ਬੈਕ ਬੇਰਿੰਗ ਹੋਊਗੀ। ਸੋ ਬੈਕ ਬੇਰਿੰਗ BC ਦੀ फोर बेरिंग ਜਿਹੜੀ ਆ ਉਹ ਹੈਗੀ ਆ 65 ਡਿਗਰੀ। 65 ਡਿਗਰੀ 180 ਤੋਂ ਘੱਟ ਆ, ਇਹਦਾ ਮਤਲਬ 180 ਇਹਦੇ ਵਿੱਚ ਪਲੱਸ ਕਰ ਦਾਂਗੇ, ਇਹ 245 ਡਿਗਰੀ ਇਹਦੀ ਬੈਕ ਬੇਰਿੰਗ ਹੋਊਗੀ। ਸੋ CD ਦੀ फोर बेरिंग ਹੈਗੀ 285 ਡਿਗਰੀ। ਹੁਣ 285
ਨੂੰ ਆਪਾਂ ਕੰਪੇਅਰ ਕਰਾਂਗੇ 285 ਜਿਹੜੀ ਆ ਇਹ 180 ਤੋਂ ਵੱਧ ਵਾ। ਇਟ ਮੀਨਸ ਕੋਈ ਵੀ ਜਿਹੜਾ ਐਂਗਲ 360 ਤੋਂ ਵੱਧ ਨਹੀਂ ਹੋ ਸਕਦਾ ਨਾ। ਸੋ ਕਿਉਂਕਿ ਜਿਹੜੀ ਹੋਲ ਸਰਕਲ ਬੇਅਰਿੰਗ ਆ 0 ਤੋਂ 360 ਡਿਗਰੀ ਤੱਕ ਜਾਂਦੀ ਆ। ਜੇ ਆਪਾਂ 180 ਚ ਪਲੱਸ ਕਰਾਂਗੇ ਇਟ ਮੀਨਸ ਉਹ 360 ਤੋਂ ਵੱਧ ਜਾਊਗਾ। ਸੋ ਸਾਡਾ ਜਿਹੜਾ ਕਨਸੈਪਟ ਆ ਉਹ ਗਲਤ ਹੋ ਜਾਊਗਾ। ਸੋ ਆਪਾਂ ਇੱਕ ਗੱਲ ਯਾਦ ਰੱਖਣੀ ਕਿ ਜਦੋਂ ਵੀ ਫੋਰ ਬੇਅਰਿੰਗ 180 ਤੋਂ ਵੱਧ ਜਾਂਦੀ ਆ ਉਹਦੇ ਵਿੱਚੋਂ 180 ਨੂੰ ਮਾਈਨਸ ਕਰ ਦਈਦਾ। ਤਾਂ 285 ਵਿੱਚੋਂ ਆਪਾਂ 180 ਨੂੰ ਮਾਈਨਸ ਕਰ ਦਾਂਗੇ। ਇਹ ਇਹਦੀ 105 ਡਿਗਰੀ ਜਿਹੜੀ ਆ ਉਹ ਮਤਲਬ ਫੋਰ ਇਹਦੀ ਬੈਕ ਬੇਅਰਿੰਗ ਆ ਜੂਗੀ। ਹੁਣ ਇਸੇ ਤਰ੍ਹਾਂ ਬੈਕ ਬੇਅਰਿੰਗ ਆਫ ਡੀਈ ਦੀ ਜਿਹੜੀ ਬੈਕ ਬੇਅਰਿੰਗ ਆ 215 180 ਤੋਂ ਵੱਧ ਆ। ਇਟ ਮੀਨਸ 180 ਚੋਂ ਮਾਈਨਸ ਕਰ ਦਾਂਗੇ ਇਹ 35 ਡਿਗਰੀ ਆ ਜੂਗੀ। ਸੋ 35 ਡਿਗਰੀ ਇਹਦੀ ਬੈਕ ਬੇਅਰਿੰਗ ਹੋਊਗੀ। ਇਸ ਤੋਂ ਬਾਅਦ ਮੈਂ ਤੁਹਾਨੂੰ ਹੁਣੇ ਗੱਲ ਦੱਸੀ ਵੀ ਜਦੋਂ ਕੁਆਡਰੈਂਟ ਹੁੰਦਾ ਵਾ ਕੁਆਡਰੈਂਟਲ ਬੇਅਰਿੰਗ ਕਿਹਦੇ ਵਿੱਚ ਪੜੀ ਜਾਂਦੀ ਆ ਸਰਵੇਅਰ ਕੰਪਾਸ ਨਾਲ। ਤੇ ਜਦੋਂ ਕੁਆਡਰੈਂਟ ਆ ਦੇਖੋ ਬੈਕ ਬੇਅਰਿੰਗ ਆਫ S36E S ਦਾ ਮਤਲਬ ਸਾਊਥ ਤੋਂ ਈਸਟ ਵਾਲੇ ਪਾਸੇ ਗਈ। ਇਸ ਤਰ੍ਹਾਂ ਬੈਕ ਬੇਅਰਿੰਗ ਆਫ FG ਦੀ ਹੈਗੀ ਨਾਰਥ ਤੋਂ ਵੈਸਟ ਵਾਲੇ ਪਾਸੇ ਆ। ਮੈਂ ਤੁਹਾਨੂੰ ਇੱਕ ਫਿਗਰ ਦਿਖਾਉਣਾ ਵਾ ਫਿਰ ਤੁਹਾਡੇ ਦਿਮਾਗ ਦੇ ਵਿੱਚ ਬਿਲਕੁਲ ਕਨਸੈਪਟ ਜਿਹੜਾ ਉਹ ਕਲੀਅਰ ਹੋ ਜਾਊਗਾ। ਸੋ ਤੁਸੀਂ ਦੇਖੋ ਇਹ ਦੇਖੋ ਕੁਆਡਰੈਂਟ ਤੁਹਾਡੇ ਸਾਹਮਣੇ ਨਜ਼ਰ ਆਉਂਦੇ ਆ। ਨਾਰਥ ਈਸਟ ਕੁਆਡਰੈਂਟ ਆ, ਸਾਊਥ ਈਸਟ ਕੁਆਡਰੈਂਟ ਆ, ਸਾਊਥ ਵੈਸਟ ਕੁਆਡਰੈਂਟ ਆ ਤੇ ਨਾਰਥ ਵੈਸਟ ਕੁਆਡਰੈਂਟ ਆ। ਹੁਣ ਦੇਖੋ ਜਿਹੜੀ ਬੇਅਰਿੰਗ ਆ ਬੇਅਰਿੰਗ ਆਪਾਂ ਉਸ ਦਿਨ ਪੜ੍ਹੀ ਸੀ ਲੈਕਚਰ ਚ ਵੀ ਬੇਅਰਿੰਗ ਇਜ਼ ਹੌਰੀਜੈਂਟਲ ਐਂਗਲ ਆਫ ਅ ਲਾਈਨ ਵਿਦ ਰਿਸਪੈਕਟ ਟੂ ਰੈਫਰੈਂਸ। ਔਰ ਰੈਫਰੈਂਸ ਪੁਆਇੰਟ ਕੀ ਆ ਨਾਰਥ ਤੇ ਸਾਊਥ। ਤੇ ਬੇਅਰਿੰਗ ਜਿਹੜੀ ਨਾਰਥ ਤੋਂ ਜਾਂ ਵੈਸਟ ਜਾਣੀ ਆ, ਨਾਰਥ ਤੋਂ ਈਸਟ ਜਾਣੀ ਆ, ਸਾਊਥ ਤੋਂ ਵੈਸਟ ਹੋ ਸਕਦੀ ਆ, ਸਾਊਥ ਤੋਂ ਈਸਟ ਹੋ ਸਕਦੀ ਆ। ਹੁਣ ਦੇਖੋ ਸਾਊਥ ਤੋਂ ਈਸਟ ਦੇ ਆਪੋਜਿਟ ਕਿਹੜਾ ਕੁਆਡਰੈਂਟ ਆ ਨਾਰਥ ਤੋਂ ਵੈਸਟ ਤੇ ਨਾਰਥ ਈਸਟ ਦੇ ਆਪੋਜਿਟ ਕਿਹੜਾ ਵਾ ਸਾਊਥ ਵੈਸਟ। ਇਹਦਾ ਮਤਲਬ ਉਹ ਬੇਅਰਿੰਗ ਜਦੋਂ ਪੜਾਂਗੇ ਉਹ ਇੱਕ ਦੂਜੇ ਦੇ ਕੀ ਹੋ ਜੂਗੀ ਆਪੋਜਿਟ ਜਿਹੜੀ ਬੇਅਰਿੰਗ ਆ ਉਹ ਉਹਦੀ ਬੈਕ ਬੇਅਰਿੰਗ ਹੋਊਗੀ। ਲੋ ਜੀ ਅਗਲੀ ਐਗਜ਼ਾਮਪਲਸ ਆ ਗਈਆਂ। ਫੋਰ ਬੇਅਰਿੰਗ ਆਫ ਫੋਲੋਇੰਗ ਲਾਈਨਸ ਆਰ ਗਿਵਨ ਬੈਕ ਬੇਅਰਿੰਗ ਕਰਨੀ ਹੈ ਇਹਦੀਆਂ। ਹੁਣ ਦੇਖੋ ਫੋਰ ਬੇਅਰਿੰਗ ਏਬੀ ਦੀ ਹੈਗੀ 310 ਡਿਗਰੀ 30 ਮਿੰਟ। ਹੁਣ 310 ਡਿਗਰੀ 30 ਮਿੰਟ 180 ਤੋਂ ਵੱਧ ਹੈ ਨਾ। ਮੈਂ ਤੁਹਾਨੂੰ ਹੁਣੇ ਦੱਸਿਆ ਵੀ ਜਦੋਂ 180 ਤੋਂ ਵੱਧ ਹੋਊਗੀ ਉਦੋਂ 180 ਨੂੰ ਮਾਈਨਸ ਕਰ ਦੇਈਦਾ। ਸਿੱਧਾ ਹਿਸਾਬ ਰੱਖੋ ਕਿ ਜੱਟਾਂ ਵਾਲਾ ਸਿੱਧਾ ਹਿਸਾਬ ਰੱਖੀਦਾ ਵੀ ਜਿਸकी ਲਾਠੀ ਉਸकी ਭੈਂਸ। ਮਤਲਬ ਜਿਹੜਾ ਹੈਵੀ ਆ ਉਹਦੇ ਵਿੱਚੋਂ ਮਾਈਨਸ ਕਰ ਦੋ। ਇਹਦਾ ਮਤਲਬ 310 ਡਿਗਰੀ 30 ਮਿੰਟ ਵਿੱਚੋਂ 180 ਨੂੰ ਮਾਈਨਸ ਕਰ ਦਾਂਗੇ ਉਹ ਤੁਹਾਡੀ ਉਹਦੀ ਬੈਕ ਬੇਅਰਿੰਗ ਆ ਜੂਗੀ। ਇਸ ਤਰ੍ਹਾਂ 145 180 ਤੋਂ ਛੋਟਾ ਵਾ ਆਪਾਂ ਉਹਦੇ 180 ਪਲੱਸ ਕਰ ਦਾਂਗੇ। 210 ਡਿਗਰੀ 30 ਮਿੰਟ 180 ਤੋਂ ਵੱਧ ਆ ਇਹਦਾ ਮਤਲਬ 180 ਇਹ ਚੋਂ ਮਾਈਨਸ ਕਰ ਦਾਂਗੇ। 60 ਡਿਗਰੀ 45 ਮਿੰਟ ਇਹ 180 ਤੋਂ ਘੱਟ ਆ ਇਹਦਾ ਮਤਲਬ 180 ਇਹਦੇ ਵਿੱਚ ਪਲੱਸ ਕਰ ਦਾਂਗੇ। ਸੋ ਆਪਾਂ ਅੱਗੇ ਇਹ ਐਗਜ਼ਾਮਪਲ ਸੋਲਵ ਕੀਤੀਆਂ ਸਾਰੀਆਂ। ਬੈਕ ਬੇਅਰਿੰਗ ਆਫ AB 310 ਡਿਗਰੀ 30 ਮਿੰਟ ਵਿੱਚ 180 ਨੂੰ ਮਾਈਨਸ ਕੀਤਾ। ਕਿਉਂ? ਕਿਉਂਕਿ 180 ਤੋਂ ਵੱਧ ਆ। ਕੌਣ? ਫੋਰ ਬੇਅਰਿੰਗ ਕਿੰਨੀ ਆ 310 ਡਿਗਰੀ 30 ਮਿੰਟ। ਸੋ ਇਸ ਤਰ੍ਹਾਂ ਬੈਕ ਬੇਅਰਿੰਗ ਆਫ BC ਦੀ ਫੋਰ ਬੇਅਰਿੰਗ 145 ਡਿਗਰੀ 15 ਮਿੰਟ ਸੀਗੀ। ਆਪਾਂ ਇਹਦੇ ਵਿੱਚ ਪਲੱਸ ਕਰਤਾ। ਕੀ ਪਲੱਸ ਕੀਤਾ 180 ਡਿਗਰੀ 180 ਪਲੱਸ ਕਰਤਾ ਇਹ ਆ ਗਿਆ 325 ਡਿਗਰੀ 15 ਮਿੰਟ। ਇਸ ਤਰ੍ਹਾਂ ਬੈਕ ਬੇਅਰਿੰਗ CD ਦੀ ਫੋਰ ਬੇਅਰਿੰਗ 210 ਆ। ਸੋ ਇਹਦੇ ਵਿੱਚ ਆਪਾਂ 180 ਨੂੰ ਮਾਈਨਸ ਕਰਾਂਗੇ ਇਹ ਤੁਹਾਡੀ ਆਊਗੀ 30 ਡਿਗਰੀ 30 ਮਿੰਟ। ਇਸ ਤਰ੍ਹਾਂ ਬੈਕ ਬੇਅਰਿੰਗ BE ਦੀ 60 ਡਿਗਰੀ 45 ਮਿੰਟ 180 ਡਿਗਰੀ। ਸੋ 240 ਡਿਗਰੀ 45 ਮਿੰਟ ਜਿਹੜੀ ਆਪਾਂ ਜਦੋਂ ਪਲੱਸ ਕੀਤੀ ਇਹ ਇਹਦੀ ਬੈਕ ਬੇਅਰਿੰਗ ਹੋਊਗੀ। ਸੋ ਆਪਾਂ ਜਦੋਂ ਵੀ ਕੋਈ ਸਰਵੇ ਕਰਦੇ ਆ ਕੋਈ ਟਰਵਸ ਆ ਜਾਂ ਕੋਈ ਲਾਈਨ ਦੀ ਬੇਅਰਿੰਗ ਪੜ੍ਹਦੇ ਆ ਤੇ ਆਪਾਂ ਨੂੰ ਪਤਾ ਲੱਗ ਜਾਊਗਾ ਵੀ ਆਪਾਂ ਬੇਅਰਿੰਗ ਗਲਤ ਪੜ੍ਹੀ ਆ ਜਾਂ ਸਹੀ ਪੜ੍ਹੀ ਆ। ਕਿਉਂਕਿ ਫੋਰ ਬੇਅਰਿੰਗ ਤੇ ਬੈਕ ਬੇਅਰਿੰਗ ਦਾ ਡਿਫਰੈਂਸ ਜਿਹੜਾ ਵਾ ਉਹ ਹਮੇਸ਼ਾ 180 ਡਿਗਰੀ ਹੁੰਦਾ ਵਾ। ਸੋ ਜੀ ਇਸ ਤੋਂ ਬਾਅਦ ਸਾਡੇ ਕੋਲ ਆ ਦੇਖੋ ਫਿਰ ਕੁਆਡਰੈਂਟਲ ਬੇਅਰਿੰਗ ਆ ਗਈਆਂ। ਫੋਰ ਬੇਅਰਿੰਗ ਆਫ AB ਦੀ ਫੋਰ ਬੇਅਰਿੰਗ ਸਾਊਥ ਈਸਟ ਆ। ਹੁਣ ਦੱਸੋ ਸਾਊਥ ਈਸਟ ਦੇ ਆਪੋਜਿਟ ਕਿਹੜਾ ਹੋਊਗਾ? ਸਾਊਥ ਈਸਟ ਦੇ ਆਪੋਜਿਟ ਕਿਹੜਾ ਕੁਆਡਰੈਂਟ ਸੀਗਾ? ਨਾਰਥ ਵੈਸਟ। ਹੁਣ ਦੇਖੋ ਤੁਸੀਂ ਇਹਨੂੰ ਸੋਲਵ ਕੀਤਾ ਵਾ ਆ ਧਿਆਨ ਦਿਓ ਆ ਵੇਖੋ ਫਿਗਰ ਤੁਹਾਡੇ ਦਿਮਾਗ 'ਚ ਜੇ ਯਾਦ ਹੋਊਗੀ ਸਾਊਥ ਈਸਟ ਕੁਆਡਰੈਂਟ। ਹੁਣ ਦੇਖੋ ਸਾਊਥ ਈਸਟ ਜਿਹੜਾ ਐਂਗਲ ਬਣਦਾ ਪਿਆ ਉਹਦੇ ਵਰਟੀਕਲ ਆਪੋਜਿਟ ਕਿਹੜਾ ਐਂਗਲ ਬਣਦਾ ਪਿਆ?
ਨਾਰਥ ਵੈਸਟ ਵਾਲਾ। ਇਹਦਾ ਮਤਲਬ ਜਿਹੜੀ ਸਾਊਥ ਈਸਟ ਵਾਲੀ ਬੇਰਿੰਗ ਹੋਊਗੀ ਉਹਦੀ ਬੈਕ ਬੇਰਿੰਗ ਕਿਹੜੀ ਹੋਊਗੀ, ਨਾਰਥ ਵੈਸਟ ਵਿੱਚ ਚਲ ਜੂਗੀ। ਸੋ ਆ ਵੇਖੋ ਅੱਗੇ ਸੋਲਵ ਕੀਤਾ ਵਾ। ਸੋ ਬੈਕ ਬੇਰਿੰਗ ਆਫ AB ਨਾਰਥ ਵੈਸਟ ਹੋ ਗਈ। ਇਸੇ ਤਰ੍ਹਾਂ BC ਦੀ ਜਿਹੜੀ ਬੈਕ ਬੇਰਿੰਗ ਆ 40 ਡਿਗਰੀ ਜਿਹੜੀ ਉਹ ਸਾਊਥ ਈਸਟ ਹੋ ਗਈ। ਸਾਊਥ ਈਸਟ ਕਿਉਂ ਹੋਈ, ਕਿਉਂਕਿ ਉਹ ਨਾਰਥ ਵੈਸਟ ਸੀ। ਇਸ ਤਰ੍ਹਾਂ ਨਾਰਥ ਈਸਟ ਦੇ ਆਪੋਜੀਟ ਕੀ ਸੀ, ਸਾਊਥ ਵੈਸਟ। ਸੋ ਇਸ ਤਰ੍ਹਾਂ ਆਪਾਂ ਕੁਆਡਰੈਂਟ ਨੂੰ ਆਪੋਜੀਟ ਵੇਖ ਲੈਣਾ। ਤੋ ਇਹਦੇ ਵਿੱਚ 180 ਡਿਗਰੀ ਪਲੱਸ ਮਾਈਨਸ ਕਰਨ ਦੀ ਲੋੜ ਨਹੀਂ ਆ, ਕੇਵਲ ਜਿਹੜੇ ਆਪੋਜੀਟ ਕੁਆਡਰੈਂਟ ਨੂੰ ਆਪਾਂ ਯਾਦ ਕਰ ਲਾਂਗੇ, ਜੋ ਤੁਹਾਨੂੰ ਮੈਂ ਹੁਣੇ ਫਿਗਰ ਦਿਖਾਈ। ਲੋ ਜੀ ਅੱਗੇ ਆ ਗਿਆ ਕੰਪਿਊਸ਼ਨ ਆਫ ਐਂਗਲਸ। ਹੁਣ ਅਸੀਂ ਉਦੋਂ ਵੀ ਪੜ੍ਹਿਆ ਸੀਗਾ ਵੀ ਜਿਹੜੀ ਪ੍ਰਿਜ਼ਮੈਟਿਕ ਕੰਪਾਸ ਆ ਜਾਂ ਸਰਵੇਅਰ ਕੰਪਾਸ ਆ ਉਹ ਡਾਇਰੈਕਟ ਐਂਗਲ ਨਹੀਂ ਪੜ੍ਹਦੀ। ਡਾਇਰੈਕਟ ਐਂਗਲ ਆਪਾਂ ਥੈਡੋਲਾਈਟ ਨਾਲ ਕੱਢਦੇ ਆ, ਜਾਂ ਆਪਾਂ ਟੋਟਲ ਸੈਕਸ਼ਨ ਨਾਲ ਕੱਢਦੇ ਆ, ਬਾਕਸ ਸੈਕਸ਼ਨ ਨਾਲ ਕੱਢਦੇ ਆ। ਪਰ ਜਿਹੜਾ ਤੁਹਾਡਾ ਕੰਪਾਸ ਹੈਗੀ ਆ ਇਹਦੇ ਵਿੱਚ ਕੇਵਲ ਬੇਰਿੰਗ ਕੱਢੀ ਜਾਂਦੀ ਆ ਤੇ ਬੇਰਿੰਗ ਤੋਂ ਫਿਰ ਐਂਗਲ ਕੱਢੇ ਜਾਂਦੇ ਆ। ਸੋ ਆਬਜ਼ਰਵ ਦਾ ਬੇਰਿੰਗ ਆਫ ਅ ਲਾਈਨ of a closed traverse, it is possible to calculate to include angles. ਜਿਹੜੇ included angle ਹੁੰਦੇ ਉਹਦੇ ਅੰਦਰਲੇ angle which can be used for plotting the traverse। ਜਦੋਂ ਕਿਸੇ traverse ਦਾ, ਮੰਨ ਲਓ traverse ਕਿਹਨੂੰ ਕਹਿੰਦੇ ਆ, network of lines। ਜਿਵੇਂ triangle ਆ ਤੇ triangle ਦੀਆਂ 3 ਸਾਈਡਾਂ, ਇਹ ਵੀ ਇੱਕ traverse ਆ। ਜੇ ਕਿਸੇ triangle ਦੇ 2 ਐਂਗਲ ਪਤਾ ਹੋਣ, ਉਹਦੀ ਇੱਕ ਸਾਈਡ ਪਤਾ ਹੋਵੇ ਤਾਂ ਆਪਾਂ ਉਸ ਨੂੰ ਡਰਾ ਕਰ ਸਕਦੇ ਨਾ ਜਿਓਮੈਟ੍ਰੀਕਲੀ। ਸੋ ਇਸ ਤਰ੍ਹਾਂ ਆਪਾਂ ਕੰਪਾਸ ਨਾਲ ਜਦੋਂ ਕੋਈ ਟਰਵਰਸ ਆ, ਜਦੋਂ ਉਹਦੇ ਸਾਨੂੰ ਐਂਗਲ ਪਤਾ ਲੱਗ ਜਾਣਗੇ ਤੇ ਆਪਾਂ ਉਹਦਾ ਮੈਪ ਜਿਹੜਾ ਐਂਗਲ ਦੇ ਕਰਕੇ ਵਧੀਆ ਬਣਾ ਸਕਾਂਗੇ। ਐਟ ਦਾ ਸਟੇਸ਼ਨ ਵੇਅਰ 2 ਸਰਵੇ ਲਾਈਨ ਮੀਟਸ, ਜਿੱਥੇ 2 ਸਰਵੇ ਲਾਈਨ ਮਿਲਦੀਆਂ ਵਾ ਉਹਨਾਂ ਨੂੰ ਆਪਾਂ ਕੀ ਕਹਿੰਦੇ ਆ, ਐਂਗਲ। ਤੇ ਉਹਦੇ ਵਿੱਚ 2 ਐਂਗਲ ਉਹਦੇ ਬਣਦੇ ਨੇ, ਇੱਕ ਐਕਸਟੀਰੀਅਰ ਐਂਗਲ, ਇੱਕ ਇੰਟੀਰੀਅਰ ਐਂਗਲ। ਐਕਸਟੀਰੀਅਰ ਐਂਗਲ ਜਿਹੜਾ ਬਾਹਰਲਾ ਐਂਗਲ ਹੋ ਗਿਆ, ਇੰਟੀਰੀਅਰ ਜਿਹੜਾ ਅੰਦਰਲਾ ਹੋ ਗਿਆ। ਮੋਸਟਲੀ ਜਿਹੜਾ ਇੰਟੀਰੀਅਰ ਐਂਗਲ ਆ ਉਹ 180 ਡਿਗਰੀ ਤੋਂ ਘੱਟ ਹੁੰਦਾ ਵਾ, ਕਿਉਂਕਿ ਟ੍ਰਾਇੰਗਲ ਦੇ 3 ਕੋਨਾਂ ਦਾ ਜੋੜ 180 ਡਿਗਰੀ ਹੁੰਦਾ। ਤੋਂ ਇਹਦਾ ਮਤਲਬ ਉਹ ਜਿਹੜਾ ਇੰਟੀਰੀਅਰ ਐਂਗਲ ਆ ਉਹ ਹਮੇਸ਼ਾ 180 ਤੋਂ ਘੱਟ ਹੋਊਗਾ। ਲਓ ਜੀ ਇਸ ਤੋਂ ਬਾਅਦ ਆ ਵੇਖੋ ਇਨਕਲੂਡਡ ਐਂਗਲ ਆ ਇੱਕ ਬੇਰਿੰਗ ਹੈਗੀ ਆ AB ਦੀ। ਇਹ ਵੇਖੋ ਐਂਗਲ A ਜੇ ਕੱਢਣਾ ਵਾ, 4 ਬੇਰਿੰਗ ਆਫ AB ਮਾਈਨਸ ਬੈਕ ਬੇਰਿੰਗ ਆਫ EA, ਮਤਲਬ EA ਦੀ ਬੈਕ ਬੇਰਿੰਗ ਤੇ ਆਪਾਂ ਜਦੋਂ ਮਾਈਨਸ ਕੀਤਾ ਤੇ ਇਟ ਮੀਨਸ ਇਹ ਤੁਹਾਡਾ ਐਂਗਲ ਨਿਕਲਾ। ਇਹ ਕਿਹੜਾ ਐਂਗਲ ਨਿਕਲਿਆ, ਇਨਕਲੂਡਡ ਐਂਗਲ। ਕਿਹੜਾ ਐਂਗਲ, ਇਨਕਲੂਡਡ ਐਂਗਲ, ਇਹਦਾ ਅੰਦਰਲਾ ਐਂਗਲ ਨਿਕਲ ਆਇਆ। ਇਹ ਦੇਖੋ ਕੰਪਿਊਸ਼ਨ ਆਫ ਐਂਗਲ ਆ, ਇਹ ਐਕਸਟੀਰੀਅਰ ਐਂਗਲ ਦੀ ਗੱਲ ਕੀਤੀ ਉੱਥੇ, ਤੁਸੀਂ ਦੇਖ ਰਹੇ ਫਿਗਰ। ਇਹਦੇ ਵਿੱਚ ਵੇਖੋ ਐਕਸਟੀਰੀਅਰ ਐਂਗਲ B, ਬੈਕ ਬੇਰਿੰਗ ਆਫ AB ਦੀ ਜਿਹੜੀ ਬੈਕ ਬੇਰਿੰਗ ਮਾਈਨਸ 4 ਬੇਰਿੰਗ ਆਫ BC। ਸੋ ਇਨਕਲੂਡਡ ਐਂਗਲ ਫਿਰ ਜਦੋਂ ਨਿਕਲੂਗਾ, ਕਿਉਂਕਿ ਇਹ ਐਕਸਟੀਰੀਅਰ ਐਂਗਲ ਹੋਣਾ ਵਾ ਤੇ ਆਪਾਂ ਐਕਸਟੀਰੀਅਰ ਐਂਗਲ ਨੂੰ ਜਦੋਂ ਆਪਾਂ 360 ਚੋਂ ਮਾਈਨਸ ਕਰਾਂਗੇ ਇਹ ਤੁਹਾਡਾ ਇੰਟੀਰੀਅਰ ਐਂਗਲ ਆ ਜਾਊਗਾ ਤੇ ਫਿਰ ਆਪਾਂ ਉਹਦਾ ਇਨਕਲੂਡਡ ਐਂਗਲ ਫਾਈਂਡ ਕਰ ਲਾਂਗੇ। ਲੋ ਜੀ ਇਸ ਤੋਂ ਬਾਅਦ ਵਾਈਲ ਕੈਲਕੂਲੇਟਿੰਗ ਦਾ ਇੰਟੀਰੀਅਰ ਔਰ ਇਨਕਲੂਡਡ ਐਂਗਲ ਇਜ਼ ਸਟਰੋਂਗਲੀ ਰਿਕਮੈਂਡਡ ਦੈਟ ਰਫ ਸਕੈਚ। ਮਤਲਬ ਕਹਿੰਦਾ ਵੀ ਜਦੋਂ ਵੀ ਆਪਾਂ ਕਿਸੇ ਟਰਵਰਸ ਬਣਾਉਣਾ ਵਾ ਤੇ ਉਹਦਾ ਇੱਕ ਰਫ ਸਕੈਚ ਤਿਆਰ ਕਰੋ। ਪਹਿਲਾਂ ਰਫ ਸਕੈਚ ਤਿਆਰ ਕਰਕੇ ਉਹਦੇ ਵਿੱਚ ਫਿਰ ਪਰਪਸ ਕੀ ਆ, ਆਪਾਂ ਕੈਲਕੂਲੇਟ ਕਰਨੇ ਉਹਦੇ ਇੰਟੀਰੀਅਰ ਐਂਗਲ, ਉਹਦੇ ਅੰਦਰਲੇ ਐਂਗਲ ਫਾਈਂਡ ਕਰਨੇ ਆ ਤੇ ਬੇਰਿੰਗ ਫਰੋਮ ਇਨਕਲੂਡਡ ਐਂਗਲ, ਤੇ ਜੋ ਉਹਦੀਆਂ ਬੇਰਿੰਗ ਕੱਢੀਆਂ, ਕਿਹੜੀਆਂ ਬੇਰਿੰਗ, 4 ਬੇਰਿੰਗ ਤੇ ਬੈਕ ਬੇਰਿੰਗ, ਉਹਨਾਂ ਨਾਲ ਆਪਾਂ ਫਿਰ ਉਹ ਸਕੈਚ ਜਿਹੜਾ ਬਣਿਆ ਹੋਊਗਾ ਤੇ ਸਾਨੂੰ ਫਿਰ ਉਹਦੀ ਜਿਹੜੀ ਆਈਡਲ ਕੈਲਕੂਲੇਸ਼ਨ ਜਿਹੜੀ ਕਰਨੀ ਆ ਉਹ ਸਾਡੇ ਲਈ ਸੌਖੀ ਹੋ ਜਾਊਗੀ। ਸੋ ਉਹਦੇ ਵਾਸਤੇ ਇੱਕ ਫੰਡਾ ਵਾ, at any survey station generally 4 bearing of a one line and back bearing of, ਮਤਲਬ ਜਿੱਦਾਂ AB ਆ, ਮਤਲਬ ਇੱਕ ਦੀ 4 bearing ਇੱਕ ਦੀ back bearing, ਉਸ ਤੋਂ ਨੈਕਸਟ ਜਿੱਦਾਂ previous ਜਾਂ ਅਗਲਾ ਹੁੰਦਾ ਤੇ ਉਹਦਾ ਆਪਾਂ ਮਤਲਬ another line are measured, then difference of these 2 bearing will give you either an interior angle or exterior angle। ਮਤਲਬ ਜੇ 180 ਤੋਂ ਵੱਧ ਗਿਆ ਇਟ ਮੀਨਸ ਉਹ ਤੁਹਾਡਾ exterior angle ਹੋਊਗਾ, ਉਹਦੇ ਨਾਲ ਫਿਰ ਤੁਹਾਨੂੰ ਐਕਸਟੀਰੀਅਰ ਐਂਗਲ ਜਾਂ ਇੰਟੀਰੀਅਰ ਐਂਗਲ ਪਤਾ ਲੱਗ ਜੂਗਾ। ਮਤਲਬ ਅੱਜ ਦਾ ਜਿਹੜਾ ਟੌਪਿਕ ਆ ਥੋੜਾ ਜਿਹਾ ਟਫ ਹੈਗਾ ਕਿਉਂਕਿ ਮੈਥਮੈਟਿਕਸ ਨਾਲ ਜੁੜਿਆ ਹੋਇਆ ਵਾ, ਸੋ ਥੋੜਾ ਜਿਹਾ ਕੰਸੰਟਰੇਸ਼ਨ ਦੀ ਲੋੜ ਆ। ਅੱਜ ਦਾ ਟੌਪਿਕ ਥੋੜਾ ਜਿਹਾ ਸਮਝਣ ਵਾਸਤੇ ਮਨ ਦੀ ਇਕਾਗਰਤਾ ਹੋਣੀ ਚਾਹੀਦੀ ਹੈ। ਸੋ ਮੈਂ ਮਤਲਬ ਕੁਝ ਟੌਪਿਕਸ ਜਿਹੜੇ ਥੋੜੇ ਜਿਹੇ ਕੰਸੰਟਰੇਟਲੀ ਹੁੰਦੇ ਨੇ, ਸੋ ਮੈਨੂੰ ਆਸ ਹੈ ਕਿ ਤੁਸੀਂ ਬੜਾ ਧਿਆਨ ਨਾਲ ਸਮਝਦੇ ਹੋਗੇ। ਸੋ ਥੈਂਕਸ ਫॉर ਦਿਸ।
सो आपां मतलब आ एक एग्जाम्पल आ ਜਿਹੜੀਆਂ मैं गल्लां हुणे आपां ਜਿਹੜੀਆਂ आ डेफिनेशंस पढ़ियां वा ਜਾਂ कंटेंट्स पढ़े आ पर आ एक एग्जाम्पल आ ਇਹਨੂੰ मैं सॉल्व कर लगा वा ਤੇ मेरा ख्याल ਤੁਹਾਨੂੰ ਇਹ प्रैक्टिकली ਜਦੋਂ ਆਪਾਂ ਕਰਦੇ ਆ ਤੁਸੀਂ ਧਿਆਨ ਦਿਓਗੇ ਸੋਚੋ ਵੀ ਆਪਾਂ ਆਪ ਹੀ ਨੂਮੈਰੀਕਲ ਕਰਦੇ ਪਏ ਆ ਤੇ ਵੇਖਿਓ ਤੁਹਾਨੂੰ ਇਹ ਸਮਝ ਲੱਗ ਜਾਣਾ ਸਾਰਾ ਕੁਝ ਆ ਫੋਲੋਇੰਗ ਬੇਅਰਿੰਗ ਆਰ ਟੇਕਨ ਇਨ ক্লোਜ਼ ਟਰਵਰਸ मतलब एक क्लोज ट्रवर्स आ फाइंड आउट इंटीरियर एंगल ऑफ द ट्रवर्स ਇਹਦੇ ਅੰਦਰਲੇ ਐਂਗਲ ਕੱਢਨੇ ਆ ਇੱਕ ਲਾਈਨ AB ਆ ਉਹਦੀ ਫੋਰ ਬੇਅਰਿੰਗ 45 ਡਿਗਰੀ ਆ ਬੈਕ ਬੇਅਰਿੰਗ 225 ਡਿਗਰੀ ਆ BC ਆ ਉਹਦੀ ਫੋਰ ਬੇਅਰਿੰਗ 123 ਡਿਗਰੀ 30 ਮਿੰਟ ਬੈਕ ਬੇਅਰਿੰਗ ਮੰਨ ਲਓ ਜੇ ਤੁਹਾਨੂੰ ਫੋਰ ਬੇਅਰਿੰਗ ਦਿੱਤੀਆਂ ਹੋਣ ਤੇ ਤੁਸੀਂ ਉਹਦੇ ਵਿੱਚ 180 ਪਲੱਸ ਮਾਈਨਸ ਕਰ ਲਾਂਗੇ ਤੇ ਆਪਾਂ ਬੈਕ ਬੇਅਰਿੰਗ ਵੀ ਕੱਢ ਲਾਂਗੇ ਕਈ ਵਾਰੀ ਆਪਾਂ ਫੋਰ ਬੇਅਰਿੰਗ ਦਿੱਤੀਆਂ ਹੁੰਦੀਆਂ ਤੇ ਆਪਾਂ ਉਹ ਤੋਂ ਬੈਕ ਬੇਅਰਿੰਗ ਕੱਢ ਲੀਆਂ ਇਸ ਤਰ੍ਹਾਂ CD ਦੀ ਫੋਰ ਬੇਅਰਿੰਗ 181 ਡਿਗਰੀ ਆ ਹੁਣ 181 ਡਿਗਰੀ 180 ਤੋਂ ਘੱਟ ਆ ਕਿੰਨੀ ਘੱਟ ਆ 1 ਦੋਵਾਂ ਦਾ ਡਿਫਰੈਂਸ ਕਿੰਨਾ ਹੋਊਗਾ 180 ਡਿਗਰੀ ਇਹਦੀ ਬੈਕ ਬੇਅਰਿੰਗ 1 ਡਿਗਰੀ ਆ ਗਈ ਇਸ ਤਰ੍ਹਾਂ DA ਦੀ ਫੋਰ ਬੇਅਰਿੰਗ ਜਿਹੜੀ ਆ ਉਹ 299 ਡਿਗਰੀ ਆ ਤੇ ਇਹਦੀ ਬੈਕ ਡਿਗਰੀ ਜਿਹੜੀ ਬੇਅਰਿੰਗ ਆ ਉਹ 109 ਡਿਗਰੀ 00 ਮਿੰਟ ਆ ਜਾਊਗਾ ਸੋ ਤੁਸੀਂ ਇਹਨੂੰ ਵੇਖੋ ਹਾਂਜੀ ਆ ਇੱਕ ਤੁਹਾਡਾ ਰਫ ਸਕੈਚ ਅਸੀਂ ਤਿਆਰ ਕਰ ਲਿਆ ਇਹ मतलब एक ट्रवर्स ए देखो ABCD क्लॉकवाइज डायरेक्शन जांदा पिया ते एदियां बेयरिंग दित्तियां क्योंकि नॉर्थ लाइनां एक दूजे दे पैरेलल हैगियां वा क्योंकि नॉर्थ लाइन च चेंज होगी ना वो पैरेलल होगी उतों बेयरिंग जिहड़ी पड़ी आ देखो AB दी बेयरिंग तुहानूं नजर आउंदी पई है 45 डिग्री कुछ करके इस तरह मतलब AD दी फोर बेयरिंग 109 डिग्री पड़ी ना तुसीं हुणे आ देखो आ DA दी मतलब आ जिहड़ी बेयरिंग आ ਇਹ ਸਾਰੀਆਂ ਮਤਲਬ ਤੁਹਾਡੇ ਕੋਲੋਂ ਇੱਕ ਰਫ ਸਕੈਚ ਆਪਾਂ ਨੂੰ ਤਿਆਰ ਕਰਨਾ ਪਊਗਾ ਉਹਦੇ ਨਾਲ ਫਿਰ ਆਪਾਂ ਨੂੰ ਜਿਹੜੇ ਇੰਟੀਰੀਅਰ ਐਂਗਲ ਆ ਜਿਹੜੇ ਅੰਦਰਲੇ ਐਂਗਲ ਆ ਉਹਨੂੰ ਆਪਾਂ ਸੌਖੇ ਹੀ ਫਾਈਂਡ ਕਰ ਸਕਦੇ ਆ ਲਓ ਜੀ ਮੈਂ ਕੁਝ ਹੱਥ ਨਾਲ ਲਿਖਿਆ ਵਾ ਥੋੜਾ ਸੌਖਾ ਕਰਨ ਵਾਸਤੇ ਜਿਸ ਤਰ੍ਹਾਂ ਸਾਨੂੰ ਮਤਲਬ ਸਾਡੇ ਇੰਸਟ੍ਰਕਟਰਸ ਜਾਂ ਲੈਕਚਰਰਸ ਜਿੱਥੇ ਅਸੀਂ ਪੜ੍ਹਦੇ ਰਹੇ ਆ ਸਾਨੂੰ ਪੜ੍ਹਾਉਂਦੇ ਰਹੇ ਆ ਸੋ ਬਿਲਕੁਲ ਸਿੰਪਲ ਮੈਥਡ ਆ ਮੈਂ ਜਿੱਦਾਂ ਤੁਸੀਂ ਸਟਾਰਟਿੰਗ 'ਚ ਪੜ੍ਹਿਆ ਨਾ ਵੀ ਉਹਦੀ ਫੋਰ ਆ ਉਹਦੀ ਬੈਕ ਆ ਉਹਨਾਂ ਦਾ ਡਿਫਰੈਂਸ ਕਰਨਾ ਤੁਸੀਂ ਦੇਖੋ ਮੈਂ ਉਸੇ ਟੇਬਲ ਨੂੰ ਲਿਖਿਆ AB BC CD ਇਹ ਲਾਈਨ ਆ ਫੋਰ ਬੇਅਰਿੰਗ ਬੈਕ ਬੇਅਰਿੰਗ ਮੈਂ ਲਿਖੀ ਆ ਫੋਰ ਬੇਅਰਿੰਗ BC ਦੀ 123 ਡਿਗਰੀ 30 ਮਿੰਟ ਆ ਇਹਦੀ ਬੈਕ ਬੇਅਰਿੰਗ 303 ਡਿਗਰੀ 30 ਮਿੰਟ ਆ ਹੁਣ ਦੇਖੋ ਅਗਲੇ ਬੰਨੇ ਮੈਂ ਲਿਖਿਆ ਐਂਗਲ ਜੇ ਐਂਗਲ A ਨੂੰ ਕੱਢਣਾ ਨਾ ਤੇ ਕਿਉਂਕਿ ਕਲੋਜ਼ ਟਰਵਰਸ ਆ ਤੇ AB ਐਂਗਲ A ਜੇ ਕੱਢਣਾ ਵਾ ਤੇ ਬੈਕ ਬੇਅਰਿੰਗ ਆਫ DA ਦੀ ਬੈਕ ਬੇਅਰਿੰਗ ਵੇਖੋ ਤੁਸੀਂ ਗ੍ਰੀਨ ਲਾਈਨ ਨਜ਼ਰ ਪੈਂਦੇ ਨਾ ਗ੍ਰੀਨ ਇੱਕ ਹਰੀ ਜੀ ਲਾਈਨ ਐਰੋ ਬਣਿਆ ਵਾ AB ਦੀ 4 ਤੇ DA ਦੀ ਬੈਕ ਇਹਨਾਂ ਦੋਵਾਂ ਦਾ ਡਿਫਰੈਂਸ ਕੱਢ ਦਿਓ ਮਤਲਬ ਪਹਿਲੇ ਦੀ ਫਸਟ ਦੀ 4 ਤੇ ਲਾਸਟ ਦੀ ਬੈਕ ਜੇ ਕਲੋਜ਼ ਟਰਵਰਸ ਹੈਗਾ ਤੇ ਆਪਾਂ ਇਹਨਾਂ ਨੂੰ ਮਾਈਨਸ ਕਰ ਦਾਂਗੇ ਤੇ ਸਾਡੇ ਕੋਲ ਐਂਗਲ A ਆ ਜਾਊਗਾ ਐਸੇ ਤਰ੍ਹਾਂ ਹੀ ਆਪਾਂ ਵੇਖੋ BC ਦੀ 4 ਆ ਤੇ AB ਦੀ ਬੈਕ CD ਦੀ 4 ਆ ਤੇ BC ਦੀ ਬੈਕ ਇਸ ਤਰ੍ਹਾਂ DA ਦੀ 4 ਆ ਤੇ CD ਦੀ ਬੈਕ ਇਹਨਾਂ ਦੋਵਾਂ ਦਾ ਡਿਫਰੈਂਸ ਕਰਾਂਗੇ ਬਿਲਕੁਲ ਸਿੰਪਲ ਮੈਥਡ ਦੇਖੋ ਤੁਸੀਂ ਆ ਐਰੋ ਨਜ਼ਰ ਆਉਂਦੇ ਹੋਣਗੇ ਇਸ ਤਰ੍ਹਾਂ ਆਪਾਂ ਮਤਲਬ ਦੋਵਾਂ ਦੇ ਵਿੱਚ ਡਿਫਰੈਂਸ ਕੱਢ ਲਾਂਗੇ ਤੇ ਸਾਡੇ ਕੋਲ ਸਾਰੇ ਐਂਗਲ ਨਿਕਲ ਜਾਣਗੇ ਆ ਦੇਖੋ ਐਂਗਲ ਕੱਢਿਆ ਹੈਗਾ ਐਂਗਲ A ਕੱਢਿਆ ਬੈਕ ਬੇਅਰਿੰਗ ਆਫ DA ਮਾਈਨਸ ਫੋਰ ਬੇਅਰਿੰਗ ਆਫ AB 100 ਜਦੋਂ 9 ਵਿੱਚ 145 ਡਿਗਰੀ ਮਾਈਨਸ ਕੀਤਾ 109 ਡਿਗਰੀ 00 ਮਿੰਟ 45 ਮਾਈਨਸ ਕੀਤਾ ਤੇ 64 ਡਿਗਰੀ 00 ਮਿੰਟ ਆ ਗਿਆ ਇਸ ਤਰ੍ਹਾਂ ਬੈਕ ਬੇਅਰਿੰਗ ਆਫ AB ਫਿਰ ਐਂਗਲ B ਕੱਢਣਾ ਵਾ ਤੇ ਬੈਕ ਬੇਅਰਿੰਗ ਆਫ AB ਮਾਈਨਸ 4 ਮਤਲਬ ਵੱਡੇ ਬੇਅਰਿੰਗ ਚੋਂ ਛੋਟੀ ਬੇਅਰਿੰਗ ਨੂੰ ਮਾਈਨਸ ਕਰ ਦਾਂਗੇ 225 ਚੋਂ 123 ਨੂੰ ਮਾਈਨਸ ਕੀਤਾ ਤੇ 101 ਡਿਗਰੀ 30 ਮਿੰਟ ਆ ਗਿਆ ਇਸ ਤਰ੍ਹਾਂ ਜੇ ਐਂਗਲ C ਕੱਢਣਾ ਸੀ ਐਂਗਲ C ਮੈਂ ਕੀ ਲਿਖਿਆ ਸੀ ਭਲਾ बैक बेयरिंग ऑफ BC माइनस फोर बेयरिंग ऑफ CD ਹੁਣ बैक बेयरिंग ऑफ BC कितनी है BC ਦੀ बैक बेयरिंग हैगी 303 डिग्री 30 मिनट ਤੇ ਜਿਹੜੀ ਤੁਹਾਡੀ CD ਦੀ फोर बेयरिंग ਆ ਉਹ ਕਿੰਨੀ ਹੈਗੀ ਆ 181 डिग्री 00 ਮਿੰਟ ਹੁਣ 303 डिग्री 30 ਮਿੰਟ ਵੱਡਾ ਵਾ ਇਹਦੇ ਚੋਂ ਮਾਈਨਸ ਕਰ ਦਾਂਗੇ ਆ ਵੇਖੋ ਇੱਥੇ ਮਾਈਨਸ ਕੀਤਾ ਹੈਗਾ 303 डिग्री 30 ਮਿੰਟ ਮਾਈਨਸ 181 डिग्री 00 ਮਿੰਟ ਤੇ 122 डिग्री 30 ਮਿੰਟ ਸਾਡੇ ਕੋਲ ਆ ਗਿਆ ਇਸ ਤਰ੍ਹਾਂ ਆਪਾਂ ਐਂਗਲ D ਫਾਈਂਡ ਕਰ ਲਾਂਗੇ ਐਂਗਲ D ਵਾਸਤੇ 299 ਚੋਂ 1 ਨੂੰ ਮਾਈਨਸ ਕੀਤਾ ਇਹ ਕਿੰਨਾ ਆ ਗਿਆ 288
पर 288 ਕਿਹੜਾ ਐਂਗਲ ਹੋਊਗਾ ਐਕਸਟੀਰੀਅਰ ਕਿਉਂ ਹੋਊਗਾ ਕਿਉਂਕਿ ਇਹ 180 ਤੋਂ ਵੱਧ ਆ ਇਟ ਮੀਨਸ ਆਪਾਂ ਇਹਨੂੰ ਫਿਰ 360 ਚੋਂ ਮਾਈਨਸ ਕਰ ਦਾਂਗੇ ਇਹ ਸਾਡੇ ਕੋਲ 72 ਡਿਗਰੀ ਆ ਜਾਊਗਾ ਹੁਣ ਦੇਖੋ मतलब स्टूडेंट्स की करते भी लो जी सारा आप एंगल कढ़ आए जी आ बड़ा काम किया जो धुप बड़ी ही पर जेडे बहुत इंटैलीजेंट इंस्ट्रक्टर्स होंगे ने साडे मतलब टैक्नीकल बोर्ड च बहुत सारे सीनियर इंस्ट्रक्टर्स नाल जुड़े आ वो 1 मिनट दे विच कहंदे भी तुसीं लियाओ किहड़े एंगल कढ़े जो क्योंकि जिहड़ा ट्रवर्स ही ये 4 भुजावां वाला ही 4 भुजावां चतुर्भुज होगी चतुर्भुज नूं आपां अंग्रेजी च कहंदे क्वाड्रीलेटरल ते क्वाड्रीलेटरल दे 4 एंगलों का जोड़ 360 डिग्री होना चाहिए सो इट मीनस एंगल ए कितना है 64 101 डिग्री 30 मिनट 122 डिग्री 30 मिनट 72 डिग्री सारे प्लस किया ते 360 डिग्री आ गया इट मीनस ये फिर साडे जिहड़े एंगल आ बिल्कुल सही है क्योंकि सारे एंगलों का जोड़ 360 डिग्री आ गया हुण कई बच्चे दिमाग सोचते होणगे भी किते ट्रवर्स 5 साइडां वाला भी हो सकता 6 साइडां वाला होवे 5 वाले नूं पेंटागोन कहंदे आ 6 वाले नूं हेक्सागोन कहंदे आ सो इहदे वास्ते एक फार्मूला लिखिया वा चेक करने वास्ते याद रखना जो 2n - 4 मल्टीप्लाई बाय 90 डिग्री n की आ नंबर ऑफ साइड्स जिद्दां इहदियां साइडां 4 ही ते 4 दूनी 8 8 ते 4 बाकी 4 ते 9 चौका 36 360 डिग्री आ गया समझ जाओगे तुसीं फिर एक मैं तुहानूं गल दसदा कि जदों आपां ट्रैंगल विच n कितना होगा 3 क्योंकि 3 हो गया ना ट्रैंगल दे 3 साइडां 3 होंदियां 3 साइडां इहदा मतलब 3 दूनी 6 6 चों 4 माइनस किया कितना आ गया 2 ते 90 दूना 180 हुंदा इहदा मतलब ट्रैंगल दे 3 कोणां दा जोड़ 180 डिग्री आ गया आ एक तुहानूं फार्मूला तुहाडे इंस्ट्रक्टर्स ने भी सिखाया होगा पर एक बार रिपीट करता आपां सो इस फार्मूले नूं याद रखना किहड़ा 2n - 4 × 90 डिग्री जे इनकलूडिड एंगल कढ़ने आ जे किते एक्सक्लूडिड एंगल कढ़ने पैण ते फिर घबरा ना जाओ फिर उत्थे 2n - 4 की जगह पे 2n + 4 होना ते आपां फिर 90 डिग्री नूं उहदे नाल गुणा करांगे लो जी इस तो बाद आ लोकल ट्रैक्शन ये लोकल ट्रैक्शन की चीज़ होगी कि जदों हुण देखो नॉर्थ एंड ऑफ फ्रीली सस्पेंडेड मैग्नेटिक नीडल will always point toward the magnetic north if it is not influenced by any external forces मतलब जदों आपां कंपास नूं सैट करता ते कंपास की जिहड़ी सूई आ जिहड़ी नीडल आ जिहड़ी नॉर्थ साउथ लाइन ते फ्रीली सस्पेंड हो रही है ते पर जेकर उहदे क्योंकि चुंबक जिहड़ी आ ना वो लोहे नाल बड़ा प्यार करदी है जिधर लोहा हुंदा ना उधर नूं हो जांदी है मतलब तुहानूं कई वारी गाना पंजाबी याद होगा ना कई बार गायक बोलते होंगे भी तेरे हाथ मेरे दिल दी डोर तो इट मीनस जी चुंबक है ना वो लोहे के हथ में डोर आ जिधर लोहा होगा कोई मतलब आयरन मटीरियल आ उधर नूं चुंबक की सूई ने दौड़ जाना तो साडा फिर जिहड़ा बेरिंग आ वो फिर साडा मैगनैटिक मटीरियल जिहड़ा वा वो मतलब डिस्टर्ब हो जाऊगा उहदे नाल फिर साडा एंगल गलत पड़े जाएंगे बेरिंग गलत पड़ी जाऊगी इट इज कॉमन एक्सपीरियंस दैट the magnetic needle gets deflected from the normal position जदों magnetic needle जिहड़ी आ वो normal position दे विच मतलब फिर नहीं रहूगी सो presence of local attraction किद्दां हुंदी आ क्योंकि जदों भी आपां सर्वे करदे आ कोई magnetic rock हैगी आ iron cables कोई तारां लंघदियां carrying current और आयरन इलैक्ट्रिक पोल लगे काम करते पे रेलवे लाइन ਜਾਂ मतलब ਤੁਹਾਡੇ ਜੇਬ ਦੇ ਵਿੱਚ ਚਾਬੀਆਂ ਦਾ ਗੁੱਛਾ ਵਾ ਬੰਚਸ ਆਫ ਕੀ ਆ ਤੇ ਉਹਦੇ ਨਾਲ ਫਿਰ ਜਿਹੜੀ ਤੁਹਾਡੀ ਮੈਗਨੈਟਿਕ ਨੀਡਲ ਆ ਉਹ ਇਫੈਕਟ ਹੋ ਜੂਗੀ ਤੇ ਉਹ ਫਿਰ ਜਿਹੜੀ ਫੋਰ ਬੇਰਿੰਗ ਤੇ ਬੈਕ ਬੇਰਿੰਗ ਗਲਤ ਪੜੂਗੀ ਤੁਹਾਨੂੰ ਕਿੱਦਾਂ ਪਤਾ ਲੱਗੂਗਾ ਕਿ ਇਹਨੇ ਇੱਥੇ ਲੋਕਲ ਅਟਰੈਕਸ਼ਨ ਆ ਗਈ ਆ ਤੁਹਾਨੂੰ ਇਦਾਂ ਪਤਾ ਲੱਗੂਗਾ ਕਿਉਂਕਿ ਹੁਣੇ ਤੁਸੀਂ ਫੰਡਾ ਯਾਦ ਕੀਤਾ ਵਾ ਕਿ ਫੋਰ ਬੇਰਿੰਗ ਤੇ ਬੈਕ ਬੇਰਿੰਗ ਵਿੱਚ ਜਿਹੜਾ ਡਿਫਰੈਂਸ ਆ ਇਹ 180 ਡਿਗਰੀ ਹੁੰਦਾ ਵਾ ਜੇ ਡਿਫਰੈਂਸ ਉਹਨਾਂ ਦਾ 180 ਡਿਗਰੀ ਨਾ ਆਵੇ ਇਟ ਮੀਨਸ ਉਹ ਤੁਹਾਡੀ ਜਿਹੜੀ ਚੁੰਬਕੀ ਸੂਈ ਆ ਉਹ ਅਟਰੈਕਟ ਹੋ ਗਈ ਪ੍ਰਭਾਵਿਤ ਹੋ ਗਈ ਠੀਕ ਹੈ ਨਾ ਮਤਲਬ ਉਹਦੇ ਵੱਲ ਝੁਕ ਗਈ ਇਟ ਮੀਨਸ ਫਿਰ ਆਪਾਂ ਨੂੰ ਜਦੋਂ ਸਾਡਾ ਫੰਡਾ ਜਿਹੜਾ ਵਾ ਫੋਰ ਬੇਰਿੰਗ ਤੇ ਬੈਕ ਬੇਰਿੰਗ ਦਾ ਡਿਫਰੈਂਸ 180 ਡਿਗਰੀ ਨਹੀਂ ਆਉਂਦਾ ਇਟ ਮੀਨਸ देयर इज लोकल ट्रैक्शन
ਤੇ ਆਪਾਂ ਨੂੰ ਲੋਕਲ ਅਟਰੈਕਸ਼ਨ ਨੂੰ ਫਿਰ ਐਲੀਮੀਨੇਟ ਕਰਨਾ ਪਊਗਾ, ਉਹਨੂੰ ਠੀਕ ਕਰਨਾ ਪਊਗਾ। ਉਹਦੇ ਬਾਰੇ ਆਪਾਂ ਗੱਲ ਕਰਦੇ ਹਾਂ। ਲੋ ਜੀ, ਲੋਕਲ ਅਟਰੈਕਸ਼ਨ ਹੁੰਦੀ ਕਿਉਂ ਆ? ਪ੍ਰੈਜ਼ੈਂਸ ਆਫ ਲੋਕਲ ਅਟਰੈਕਸ਼ਨ at any station may be detected by the observing from forebearing and back bearing। ਇਹ ਮੈਂ ਤੁਹਾਨੂੰ ਗੱਲ ਦੱਸਤੀ ਆ ਕਿ if the difference between fore and back bearing is 180 degree, ਤੇ ਦੋਵੇਂ ਜਿਹੜੇ ਸਟੇਸ਼ਨ ਆ, ਜਿੰਨਾ ਸਟੇਸ਼ਨਾਂ ਤੇ ਫੋਰ ਬੇਅਰਿੰਗ ਤੇ ਬੈਕ ਬੇਅਰਿੰਗ ਦਾ ਡਿਫਰੈਂਸ 180 ਡਿਗਰੀ ਆ ਜਾਂਦਾ, ਇਟ ਮੀਨਸ ਉਹ ਦੋਵੇਂ ਸਟੇਸ਼ਨ ਲੋਕਲ ਅਟਰੈਕਸ਼ਨ ਤੋਂ ਬਚ ਜਾਂਦੇ ਆ, ਉਹ ਅਫੈਕਟਡ ਨਹੀਂ ਹੁੰਦੇ। ਸੋ ਜਿਹੜੇ ਜਿਹਦੇ ਵਿੱਚ ਡਿਫਰੈਂਸ ਆ 180 ਡਿਗਰੀ ਨਹੀਂ ਆਉਂਦਾ, ਉਹ ਫਿਰ ਸਾਰੇ ਸਟੇਸ਼ਨ ਜਿਹੜੇ ਆ ਉਹ ਮਤਲਬ ਅਫੈਕਟ ਕਰ ਦੂਗੀ। ਕਿੱਦਾਂ? ਦੇਖੋ, ਜੇ ਇੱਕ ਸਟੇਸ਼ਨ ਅਫੈਕਟ ਹੋ ਗਿਆ ਕਿਉਂਕਿ ਉਹ ਟਰਵਰਸ ਕਲੋਜ਼ ਆ, ਤੇ ਉਹ ਐਂਗਲ ਜਿਹੜੇ ਆਪਾਂ ਉਹਦੇ ਨਾਲ ਕੋਰਿਲੇਟ ਕਰਨੇ ਆ, ਉਹਦੇ ਨਾਲ ਫਿਰ ਸਾਰੇ ਐਂਗਲ ਜਿਹੜੇ ਗਲਤ ਬਣਨਗੇ। ਤੋ ਇਸ ਕਰਕੇ ਆਪਾਂ ਨੂੰ ਜਿੱਥੇ ਵੀ ਲੋਕਲ ਅਟਰੈਕਸ਼ਨ ਹੋਗੀ ਉਹਨੂੰ ਆਪਾਂ ਨੂੰ ਕੰਪਨਸੇਟ ਉਹਨੂੰ ਆਪਾਂ ਕਰਨਾ ਪਊਗਾ। ਐਂਡ ਐਰਰ ਇਜ਼ ਆਬਜ਼ਰਵੇਸ਼ਨ ਆਈਦਰ ਫੋਰ ਔਰ ਬੈਕ ਬੇਅਰਿੰਗ ਵਿੱਚ ਆ ਸਕਦੀ ਆ। ਪ੍ਰੈਜ਼ੈਂਸ ਆਫ ਲੋਕਲ ਅਟਰੈਕਸ਼ਨ ਐਟ ਆਈਦਰ ਸਟੇਸ਼ਨ, ਕਿਸੇ ਵੀ ਸਟੇਸ਼ਨ ਤੇ ਆ ਸਕਦੀ ਆ। ਪ੍ਰੈਜ਼ੈਂਸ ਆਫ ਲੋਕਲ ਅਟਰੈਕਸ਼ਨ ਐਟ ਬੋਥ ਸਟੇਸ਼ਨ, ਦੋਵਾਂ ਸਟੇਸ਼ਨਾਂ ਤੇ, ਇੱਕ ਤੇ ਵੀ ਆ ਸਕਦੀ ਆ, ਦੋਵਾਂ ਤੇ ਵੀ ਆ ਸਕਦੀ ਆ। ਸੋ ਮੇਰਾ ਖਿਆਲ ਆ ਵੀ ਜਿਹੜੇ ਟ੍ਰੇਨੀ ਆ, ਆਪਾਂ ਮਤਲਬ ਛੋਟੇ ਹੁੰਦੇ ਕੀ ਕਰਦੇ ਹੁੰਦੇ ਕਿ ਇੱਟਾਂ ਖੜੀਆਂ ਕਰਦੇ ਹੁੰਦੇ ਸੀ, ਇੱਟਾਂ ਖੜੀਆਂ ਕਰਕੇ ਰੇਲ ਗੱਡੀ ਬਣਾਤੀ, ਇੱਕ ਇੱਟ ਛੱਡਤੀ ਤੇ ਸਾਰੀਆਂ ਇੱਟਾਂ ਡਿੱਗ ਪੈਂਦੀਆਂ। ਸੋ ਇਸ ਕਰਕੇ ਇੱਕ ਸਟੇਸ਼ਨ ਇਫੈਕਟ ਹੋਇਆ, ਉਹ ਬਾਕੀ ਸਾਰਿਆਂ ਨੂੰ ਇਫੈਕਟ ਕਰੂਗੀ। ਜਿੱਦਾਂ ਤੁਸੀਂ ਹੁਣ ਵੇਖਦੇ ਅੱਜ ਕੱਲ COVID-19 ਹੈ, ਜਿਹਦੇ ਕਰਕੇ ਆਪਾਂ ਵੇਖੋ ਪੰਜਾਬੀ ਚੈਨਲ ਦੇ ਮਾਧਿਅਮ ਰਾਹੀਂ ਪੜ੍ਹ ਰਹੇ ਹਾਂ, ਤੇ ਕਰੋਨਾ ਵਾਇਰਸ ਵੀ ਵੇਖੋ ਇੱਕ ਨੂੰ ਹੋਇਆ, ਜੇ ਉਹਦੇ ਦੂਜਾ ਕੋਈ ਇਫੈਕਟ ਆ ਗਿਆ ਤੇ ਗਾੜੀ ਗਾੜੀ ਇਸ ਤਰ੍ਹਾਂ ਲੋਕਲ ਅਟਰੈਕਸ਼ਨ ਨੂੰ ਆਪਾਂ ਫਿਰ ਰਿਮੂਵ ਕਰਨਾ ਪਊਗਾ। ਦੇਖੋ, ਜੋ ਮੈਥਡ ਆਫ ਲੋਕਲ ਅਟਰੈਕਸ਼ਨ ਨੂੰ ਰਿਮੂਵ ਕਰਨ ਵਾਸਤੇ ਦੋ ਮੈਥਡ ਹੈਗੇ ਨੇ। ਸੋ ਮੈਂ ਵੈਰੀ ਸਿੰਪਲ ਜਿਹੜਾ ਮੈਥਡ ਆ, ਤੇ ਆਪਾਂ ਜਿਹੜਾ ਸਟੇਸ਼ਨ ਅਫੈਕਟਡ ਨਹੀਂ ਹੈਗਾ, ਮਤਲਬ ਵੈਸੇ ਕੰਪਿਊਟਿੰਗ ਦਾ ਇਨਕਲੂਡਡ ਐਂਗਲ ਆਫ ਈਚ ਸਟੇਸ਼ਨ ਫਰੋਮ ਦਾ ਅਬਜ਼ਰਵ ਬੇਅਰਿੰਗ ਤੋਂ ਆਪਾਂ ਪੜ੍ਹਦੇ ਇਨ ਕੇਸ ਆਫ ਕਲੋਜ਼ ਟਰਵਰਸ, ਉਹਦੇ ਨਾਲ ਐਂਗਲ ਨਾਲ ਕਰ ਸਕਦੇ ਆ। ਸੋ ਸਟਾਰਟਿੰਗ ਫਰੋਮ ਦਾ ਅਨਅਫੈਕਟਡ ਲਾਈਨ, ਕੰਪਿਊਟਿੰਗ ਆ ਵੇਖੋ ਪਹਿਲਾ ਜਿਹੜਾ ਮੈਥਡ ਆ ਕੰਪਿਊਟਿੰਗ ਦਾ ਇਨਕਲੂਡ ਐਂਗਲ ਐਟ ਈਚ ਸਟੇਸ਼ਨ ਫਰੋਮ ਅਬਜ਼ਰਵ ਬੇਅਰਿੰਗ। ਇਨ ਕੇਸ ਆਫ ਜੇ ਕਲੋਜ਼ ਟਰਵਰਸ ਆ ਤੇ ਇੱਕ ਐਂਗਲ ਲੈ ਲਾਂਗੇ, ਜੇ ਸਾਨੂੰ ਦਿੱਤਾ ਹੋਊਗਾ ਇਨਕਲੂਡ ਐਂਗਲ, ਉੱਥੋਂ ਫਿਰ ਆਪਾਂ ਬਾਕੀ ਅਬਜ਼ਰਵ ਬੇਅਰਿੰਗ ਜਿਹੜੀਆਂ ਉਹਨੂੰ ਸਹੀ ਕਰ ਲਾਂਗੇ। ਸਟਾਰਟਿੰਗ ਫਰੋਮ ਦਾ ਅਨਅਫੈਕਟਡ ਲਾਈਨ, ਜਿਹੜੀ ਲਾਈਨ ਅਨਅਫੈਕਟਡ ਆ, ਰਨ ਡਾਊਨ ਦਾ ਕਰੈਕਟ ਬੇਅਰਿੰਗ, ਉੱਥੋਂ ਫਿਰ ਆਪਾਂ ਕਰੈਕਟ ਬੇਅਰਿੰਗ ਕੱਢ ਦਾਂਗੇ। ਸੋ ਦੇਖੋ ਆ ਐਗਜ਼ਾਮਪਲ ਇੱਕ ਹੈਗੀ ਆ, ਇਹਦੇ ਵਿੱਚ ਤੁਹਾਡੇ ਕੋਲ ਫੋਰ ਬੇਅਰਿੰਗ ਤੇ ਬੈਕ ਬੇਅਰਿੰਗ ਦਿੱਤੀਆਂ ਹੈਗੀਆਂ ਵਾ। ਇਹ ਇੱਕ ਕਲੋਜ਼ ਟਰਵਰਸ ਹੈਗਾ ਵਾ, ABCDEA, ਇਹ ਇੱਕ ਕਲੋਜ਼ ਟਰਵਰਸ ਹੈਗਾ ਵਾ। ਇਹਦੇ ਵਿੱਚ ਮਤਲਬ ਫੋਰ ਬੇਅਰਿੰਗ ਤੇ ਬੈਕ ਬੇਅਰਿੰਗ ਇਹਦੇ ਦਿੱਤੀਆਂ ਵਾ। AB ਦੀ ਫੋਰ ਬੇਅਰਿੰਗ ਜਿਹੜੀ ਆ 191 ਡਿਗਰੀ 45 ਮਿੰਟ ਹੈਗੀ ਆ, ਇਹਦੀ ਬੈਕ ਬੇਅਰਿੰਗ ਜਿਹੜੀ ਆ ਉਹ 13 ਡਿਗਰੀ 00 ਮਿੰਟ ਆ। ਤੋਂ BC ਦੀ ਫੋਰ ਬੇਅਰਿੰਗ ਜਿਹੜੀ 39 ਡਿਗਰੀ 30 ਮਿੰਟ ਆ, 222 ਡਿਗਰੀ 30 ਮਿੰਟ ਆ। ਸੋ CD ਦੀ ਇਸੇ ਤਰ੍ਹਾਂ ਸਾਰੀਆਂ ਤੁਸੀਂ ਇਹ ਫੋਰ ਬੇਅਰਿੰਗ ਤੇ ਬੈਕ ਬੇਅਰਿੰਗ ਤੁਸੀਂ ਆਪਣੀ ਸਕਰੀਨ ਤੇ ਵੇਖ ਰਹੇ ਆ। ਸੋ ਮੈਂ ਤੁਹਾਨੂੰ ਕੀ ਕਿਹਾ ਸੀ ਵੀ ਆਪਾਂ ਇਹਨਾਂ ਸਾਰੀਆਂ ਬੇਅਰਿੰਗਾਂ ਜੋ ਵੇਖਣਾ ਵਾ ਵੀ ਕੋਈ ਬੇਅਰਿੰਗ ਹੈਗੀ ਆ, ਕੋਈ ਸਟੇਸ਼ਨ ਹੈਗੇ ਦੋ ਜਿੱਥੇ ਲੋਕਲ ਅਟਰੈਕਸ਼ਨ ਨਹੀਂ ਹੈਗੀ। ਸੋ ਉਹਦੇ ਵਾਸਤੇ ਕੀ ਕਰਨਾ ਪਊਗਾ, ਨੂੰ ਫੋਰ ਬੇਅਰਿੰਗ ਤੇ ਬੈਕ ਬੇਅਰਿੰਗ ਦਾ ਡਿਫਰੈਂਸ ਵੇਖਣਾ ਪਊਗਾ। ਲਓ ਜੀ, ਵੇਖਦੇ ਆਪਾਂ ਅਗਲੀ ਸਲਾਈਡ ਤੇ ਪਹੁੰਚ ਗਏ ਆਪਾਂ। ਲਓ ਜੀ, ਇਹਦੇ ਵਿੱਚ AB ਦੀ ਫੋਰ ਬੇਅਰਿੰਗ ਤੇ ਬੈਕ ਬੇਅਰਿੰਗ, ਇਹਨਾਂ ਦੋਵਾਂ ਦਾ ਡਿਫਰੈਂਸ 178 ਡਿਗਰੀ 45 ਮਿੰਟ ਆ। ਪੈ ਗਿਆ ਪੰਗਾ ਇੱਥੇ ਵੇਖੋ, ਕਿਉਂਕਿ 180 ਦਾ ਡਿਫਰੈਂਸ ਹੋਣਾ ਚਾਹੀਦਾ, ਇਹਦਾ ਮਤਲਬ ਇੱਥੇ ਲੋਕਲ ਅਟਰੈਕਸ਼ਨ ਆ ਗਈ। ਫਿਰ ਵੇਖੋ ਅਗਲੀ ਬੇਅਰਿੰਗ ਜਿਹੜੀ ਅਗਲੀ ਲਾਈਨ ਆ BC, ਇਹ 'ਚ ਡਿਫਰੈਂਸ ਕਿੰਨਾ ਆਇਆ 183 ਡਿਗਰੀ, 3 ਡਿਗਰੀ ਵੱਧ ਆ ਗਿਆ ਜੀ। ਇਸ ਤਰ੍ਹਾਂ CD ਤੇ 178 ਡਿਗਰੀ 15 ਮਿੰਟ। ਲਓ ਜੀ, ਜਿਹੜੀ DE ਦੀ ਫੋਰ ਬੇਅਰਿੰਗ ਆ ਤੇ ਬੈਕ ਬੇਅਰਿੰਗ ਆ, ਇਹਦਾ ਡਿਫਰੈਂਸ ਐਗਜ਼ੈਕਟਲੀ 180 ਡਿਗਰੀ ਆ ਗਿਆ। ਚਲੋ ਅੱਛਾ ਲੱਗਾ ਵੀ ਇਹ ਜਿਹੜੀ DE ਆ ਇਹ ਲੋਕਲ ਅਟਰੈਕਸ਼ਨ ਤੋਂ ਇਫੈਕਟ ਨਹੀਂ ਹੈਗੀ। ਇਹ ਦੋਵੇਂ ਸਟੇਸ਼ਨ ਜਿਹੜੇ ਲੋਕਲ ਅਟਰੈਕਸ਼ਨ ਦੇ ਇਫੈਕਟ 'ਚ ਨਹੀਂ ਹੈਗੇ। ਮਤਲਬ ਇਹਦੇ ਹਿਸਾਬ ਨਾਲ ਆਪਾਂ ਜੋ ਚੈੱਕ ਕਰ ਰਹੇ ਹਾਂ ਵੀ ਇਹਨਾਂ ਦੀ ਫੋਰ ਬੇਅਰਿੰਗ ਤੇ ਬੈਕ ਬੇਅਰਿੰਗ 180 ਡਿਗਰੀ ਰਿਜੈਕਟ ਆ ਗਈ ਆ। ਤੇ E ਹੁਣ ਵੇਖੋ ਆਪਣਾ ਮੈਥਡ ਕੀ ਆ, ਆਪਾਂ ਨੇ ਇੱਥੋਂ ਸਟਾਰਟ ਕਰਨਾ ਵਾ ਜਿੱਥੇ ਤੁਹਾਡੀ ਲੋਕਲ ਅਟਰੈਕਸ਼ਨ ਨਹੀਂ ਆ, ਉੱਥੋਂ ਅਗਲੇ ਸਟੇਸ਼ਨ ਤੋਂ ਆਪਾਂ ਮਤਲਬ ਮੀਨਸ ਆਪਾਂ ਇੱਥੇ ਐਡਜਸਟਮੈਂਟ ਕਰਨੀ ਆ, ਕੰਪਨਸੇਟ ਕਰਨੀ ਆ। ਹੁਣ ਦੇਖੋ ਇੱਕ ਗੱਲ ਯਾਦ ਰੱਖਿਓ ਵੀ ਐਰਰ ਜਿਹੜੀ ਗਲਤੀ ਆ, ਗਲਤੀ ਕਾਹਦੇ ਕਰਕੇ ਹੋਈ ਆ, ਲੋਕਲ ਅਟਰੈਕਸ਼ਨ ਕਰਕੇ। ਹੁਣ ਇੱਕ ਗੱਲ ਯਾਦ ਰੱਖਿਓ ਵੀ ਲੋਕਲ ਅਟਰੈਕਸ਼ਨ ਕਰਕੇ ਜਿਹੜੀ ਗਲਤੀ ਹੋਈ ਆ, ਸੋ ਇਟ ਮੀਨਸ
आप एक गल याद रखनी है कि इफ एरर इज पॉजिटिव then correction is negative। मतलब जे एरर पॉजिटिव आ ते correction negative आ। if error is negative then correction is positive। जिदा वेखो ना इत्थे 178 डिग्री 45 मिनट आ, इट मीनस इत्थे एरर की आ आनी चाहिए 180 पर आन कितनी दई आ 178 डिग्री 45 मिनट। ਇਹਦਾ मतलब घट आउंदी पई आ, ਇਹਦਾ मतलब नेगेटिव, इत्थे एरर नेगेटिव आ ਤੇ ਕੰਪਨਸੇਟ ਜਦੋਂ ਕਰਨਾ ਪਊਗਾ, ਜਦੋਂ ਕਰੈਕਸ਼ਨ ਕਰਨੀ ਪਊਗੀ ਤੇ ਉੱਥੇ ਕਰੈਕਸ਼ਨ ਪੋਜ਼ਿਟਿਵ ਹੋਊਗੀ। ਮਤਲਬ ਐਰਰ ਨੈਗੇਟਿਵ ਕਰੈਕਸ਼ਨ ਪੋਜ਼ਿਟਿਵ, ਐਰਰ ਪੋਜ਼ਿਟਿਵ ਕਰੈਕਸ਼ਨ ਨੈਗੇਟਿਵ, ਵਾਈ ਵਰਸਾ। ਹੁਣ ਤੁਸੀਂ ਦੇਖੋ ਇਹਦੇ ਚ ਆਹ ਦੇਖੋ ਨੂਮੈਰੀਕਲ ਆਪਾਂ ਸੈਕੰਡ ਮੈਥਡ ਦੇ ਨਾਲ ਸੋਲਵ ਕਰਦੇ ਪਏ ਆ। ਸੋ ਔਨ ਦਾ ਵੈਰੀਫਾਈ ਅਬਜ਼ਰਵ ਬੇਰਿੰਗ ਫਾਊਂਡ ਦੈਟ ਫੋਰ ਬੇਰਿੰਗ ਐਂਡ ਬੈਕ ਬੇਰਿੰਗ ਡੀਈ ਦੀ ਜਿਹੜੀ ਫੋਰ ਬੇਰਿੰਗ ਆਪਾਂ ਅਬਜ਼ਰਵ ਕੀਤੀ ਆ ਜਿਹੜੀ ਐਗਜ਼ੈਕਟਲੀ 180 डिग्री आ ਤੇ ਸਟੇਸ਼ਨ ਡੀਈ ਜਿਹੜੇ ਆ ਫਿਰ ਫ੍ਰੀ ਫਰੋਮ ਲੋਕਲ ਟ੍ਰੈਕਸ਼ਨ ਆ ਤੇ ਇਹਦਾ ਮਤਲਬ ਫਿਰ ਆਪਾਂ ਅਬਜ਼ਰਵ ਫੋਰ ਬੇਰਿੰਗ ਆਫ ਈਏ ਜਿਹੜੀ ਈਏ ਦੀ ਫੋਰ ਬੇਰਿੰਗ ਉਹ ਵੀ ਫਿਰ ਕਰੈਕਟ ਹੋਊਗੀ। ਸੋ ਆਪਾਂ ਕੀ ਕਰਦੇ ਆ ਆਪਣਾ ਐਕਸ਼ਨ ਕੀ ਹੋਊਗਾ ਦਾ ਐਕਸ਼ਨ ਬੈਕ ਬੇਰਿੰਗ ਆਫ ਈਏ। ਹੁਣ ਈਏ ਦੀ ਬੈਕ ਬੇਰਿੰਗ ਕਿੰਨੀ ਹੋਊਗੀ ਤੁਸੀਂ ਨੂਮੈਰੀਕਲ ਜਦੋਂ ਵੇਖਦੇ ਆ ਕੁਐਸਚਨ ਤੋਂ ਜਿਹੜੀ ਈਏ ਦੀ ਬੈਕ ਜਿਹੜੀ ਫੋਰ ਬੇਰਿੰਗ ਆ ਉਹ ਕਿੰਨੀ ਆ 330 डिग्री 15 मिनट। ਇਹਦਾ ਮਤਲਬ ਇਹਦੀ ਬੈਕ ਬੇਰਿੰਗ ਜਿਹੜੀ ਐਗਜ਼ੈਕਟ ਆ ਉਦਾਂ ਤੇ ਜੇ 180 ਆਉਂਦਾ ਇਟ ਮੀਨਸ ਇਹਦੀ ਬੈਕ ਬੇਰਿੰਗ ਸਹੀ ਹੋਣੀ 147 ਪਰ ਇਹਦਾ ਡਿਫਰੈਂਸ 182 डिग्री ਆ। ਇਟ ਮੀਨਸ ਇੱਥੇ ਲੋਕਲ ਅਟਰੈਕਸ਼ਨ ਆ ਤੇ ਇਹਦੀ ਫਿਰ ਐਗਜ਼ੈਕਟ ਬੈਕ ਬੇਰਿੰਗ ਕਿੱਦਾਂ ਕੱਢਾਂਗੇ ਇਹਦੇ ਵਿੱਚ ਆਪਾਂ 180 ਨੂੰ ਮਾਈਨਸ ਕਰ ਦਾਂਗੇ। ਤੁਹਾਨੂੰ ਸਮਝਾਇਆ ਸੀ ਨਾ ਕਿ ਜੇ 180 ਤੋਂ ਵੱਧ ਹੋਵੇ ਤੇ ਆਪਾਂ 180 ਨੂੰ ਮਾਈਨਸ ਕਰ ਦਾਂਗੇ। ਇਹ ਆ ਗਈ 150 डिग्री 15 मिनट। ਇਹਦਾ ਮਤਲਬ 150 डिग्री 15 मिनट ਕਰੈਕਟ ਹੋਣੀ ਚਾਹੀਦੀ ਸੀਗੀ ਪਰ ਆਨ ਕਿੰਨੀ ਡਈ ਹੈ ਆਨ ਕਿੰਨੀ ਡਈ ਹੈ 147 डिग्री 45 मिनट। ਇਹਦਾ ਮਤਲਬ ਇੱਥੇ ਫਿਰ ਜਿਹੜੀ ਕਰੈਕਸ਼ਨ ਆ ਉਹ ਕੀ ਹੋਗੀ ਐਰਰ ਤੁਹਾਡੀ ਆ ਗਈ ਨੈਗੇਟਿਵ ਤੇ ਕਰੈਕਸ਼ਨ ਆ ਗਈ ਤੁਹਾਡੀ ਪੋਜ਼ਿਟਿਵ। ਮਤਲਬ ਸਿੱਧਾ ਹਿਸਾਬ ਰੱਖੋ ਵੀ ਆਪਾਂ ਸਾਰੇ ਜਣੇ ਦੁੱਧ ਲੈਂਦੇ ਆ ਕਿ ਨਹੀਂ, ਦੁੱਧ ਵਾਲਾ ਭਾਈ ਹੁੰਦਾ ਵਾ ਤੇ ਕਈ ਵਾਰੀ ਅਸੀਂ ਜਦੋਂ ਕੱਤੀਆਂ ਦਾ ਮਹੀਨਾ ਵਾ ਤੇ ਜਦੋਂ ਪੈਸੇ ਹਿਸਾਬ ਕਰਦੇ ਤੇ ਬਣ ਗਏ 2870 ਰੁਪਏ ਸਪੋਜ਼ ਕਰੋ ਤੇ ਅਸੀਂ ਕਹਿੰਦੇ ਭਾਜੀ 2800 ਰੁਪਈਆ ਹੈਗਾ ਵਾ ਤੇ 70 ਰੁਪਏ ਅਗਲੇ ਮਹੀਨੇ ਲੈ ਲਿਓ। ਇਹਦਾ ਮਤਲਬ 2800 ਆਪਾਂ ਘੱਟ ਦਿੱਤੇ ਨਾ 70 ਰੁਪਏ ਤੇ ਅਗਲੇ ਮਹੀਨੇ 70 ਰੁਪਏ ਆਪਾਂ ਪਲੱਸ ਕਰਤੇ। ਇਹਦਾ ਮਤਲਬ ਇਸ ਲਾਈਨ ਜਿਹੜੀ ਕਰੈਕਸ਼ਨ ਹੀ ਆਪਾਂ ਐਰਰ ਤੁਹਾਡੀ ਇਸ ਲਾਈਨ 'ਚ ਆ ਗਈ ਤੇ ਕਰੈਕਸ਼ਨ ਆਪਾਂ ਅਗਲੀ ਲਾਈਨ 'ਚ ਕਰਨੀ ਆ ਈਏ ਤੋਂ ਅੱਗੇ ਜਿਹੜੀ ਲਾਈਨ ਆ ਕਿਉਂਕਿ ਟਰਵਸ ਤੁਹਾਡਾ ਕਲੋਜ਼ ਹੈਗਾ। ਸੋ ਐਰਰ ਤੁਹਾਡੀ ਆ ਗਈ ਮਾਈਨਸ 2 डिग्री 30 मिनट पर ਇਹਦੇ ਚ ਕਰੈਕਸ਼ਨ ਕੀ ਹੋਗੀ ਪੋਜ਼ਿਟਿਵ ਹੋਗੀ 2 डिग्री 30 मिनट ਆਪਾਂ ਕਰੈਕਸ਼ਨ ਕਰਾਂਗੇ। ਆ ਦੇਖੋ ਇਹਦਾ ਮਤਲਬ ਫੋਰ ਬੇਰਿੰਗ ਆਫ ਏਬੀ 191 डिग्री 45 मिनट ਆਪਾਂ ਆਬਜ਼ਰਵ ਕੀਤੀ ਸੀ ਪਰ ਇਹ ਚ ਕਰੈਕਸ਼ਨ ਕੀਤੀ 2 डिग्री 30 मिनट ਪਲੱਸ ਕੀਤਾ 194 डिग्री 15 मिनट ਆ ਗਿਆ। ਹੁਣ 194 डिग्री 15 मिनट 180 ਤੋਂ ਵੱਧ ਆ ਤੇ ਇਹਦੀ ਬੈਕ ਬੇਰਿੰਗ 180 ਮਾਈਨਸ ਕਰਾਂਗੇ ਆਪਾਂ ਕਰੈਕਟ ਬੈਕ ਬੇਰਿੰਗ ਦੀ ਗੱਲ ਕਰਦੇ ਪਏ ਆ ਤੇ ਕਰੈਕਟ ਬੈਕ ਬੇਰਿੰਗ ਇਹਦੀ ਕਿੰਨੀ ਹੋਊਗੀ 14 डिग्री 15 मिनट। मतलब 14 डिग्री 15 मिनट आना चाहिए वा पर अहीं कितनी ऑब्जर्व की अहीं की 13 डिग्री। ਇਹਦਾ मतलब घट अहीं घट की एरर ਤੁਹਾਡੀ होगी फिर नैगेटिव करैक्शन की होगी फिर ਤੁਹਾਡੀ पॉजिटिव। ਇਹਦਾ मतलब 1 डिग्री 15 मिनट अगले स्टेशन ਦੇ ਵਿੱਚ ਸਾਨੂੰ ਉਹਦੀ फोर बेरिंग ਚ ऐड करना होगा। सो ਆਪਾਂ ਫਿਰ ਜਦੋਂ फोर बेरिंग ऑफ BC 39 डिग्री 30 मिनट ਇਹਦੇ ਵਿੱਚ 1 डिग्री 15 मिनट क्योंकि ਜਿਹੜੀ ਕਰੈਕਸ਼ਨ ਹੀ ਜਿਹੜੀ ਐਰਰ ਹੀ ਉਹ ਆਪਾਂ ਐਡ ਕੀਤੀ ਕਿਉਂਕਿ ਐਰਰ ਨੈਗੇਟਿਵ ਸੀਗੀ ਕਰੈਕਸ਼ਨ ਪੋਜ਼ਿਟਿਵ ਆ ਗਈ। ਇਹ 1 डिग्री 15 मिनट ਇਹ 40 डिग्री 45 मिनट आ गई। इस तरह फिर आप BC ਦੀ ਕਰੈਕਟ ਬੈਕ ਬੇਰਿੰਗ ਆਫ BC ਜਿਹੜੀ ਆ 140 डिग्री 45 ਵਿੱਚ 180 ਪਲੱਸ ਕੀਤੇ ਇਹ 220 डिग्री 45 मिनट आ गया ਤੇ 220 डिग्री 45 मिनट ਵਿੱਚੋਂ ਹੁਣ ਉਹ ਬੇਰਿੰਗ ਤੁਹਾਡੀ 222 डिग्री 30 मिनट ਆ। ਇਹਦਾ ਮਤਲਬ 1 डिग्री मतलब ਜਿਹੜੀ ਬੇਰਿੰਗ ਆ ਉਹ 220 डिग्री 45 मिनट ਆਉਣੀ ਚਾਹੀਦੀ ਪਰ ਆਉਣ ਕਿੰਨੀ ਡਈ ਆ 222 ਵੱਧ ਆਉਣ ਡਈ ਆ। ਇਹਦਾ ਮਤਲਬ ਐਰਰ ਤੁਹਾਡੀ ਪੋਜ਼ਿਟਿਵ ਤੇ ਕਰੈਕਸ਼ਨ ਨੈਗੇਟਿਵ। ਹੁਣ ਜਿਹੜੀ ਚ ਵੱਧ ਆ ਗਈ ਅਗਲੇ ਬੰਨੇ ਆਪਾਂ ਮਾਈਨਸ ਕਰਾਂਗੇ ਉਹ ਮਾਈਨਸ 1 डिग्री 45 मिनट ਆਪਾਂ CD ਵਿੱਚ ਆਪਾਂ ਮਾਈਨਸ ਕੀਤੀ ਇਹ 20 डिग्री 30 मिनट ਆ ਗਈ ਤੇ ਤੁਸੀਂ ਜਦੋਂ ਆਬਜ਼ਰਵ ਕਰਦੇ ਆ ਉਹ ਤੁਹਾਡੀ ਫੋਰ ਬੇਰਿੰਗ 20 डिग्री 30 मिनट ਹੀ ਹੈਗੀ ਆ। ਇਹਦਾ ਮਤਲਬ ਫਿਰ ਆਪਣਾ ਅਸੀਂ ਉਹਦੇ ਨਾਲ ਟੈਲੀ ਕਰ ਲਿਆ ਉੱਥੇ ਵੀ ਸਾਡਾ ਜਿਹੜਾ ਵੇਖੋ 20 डिग्री 30 मिनट ही हैगा वा। देखो
ਜਿਹੜੀ ਉਹ ਬੇਰਿੰਗ ਆਪਾਂ ਕੱਢੀ ਹੈਗੀ ਆ। ਸੋ ਇਸ ਤਰ੍ਹਾਂ ਆਪਾਂ ਫਿਰ ਇੱਕ ਟੇਬਲ ਬਣਾਤਾ, ਇਹਦੇ ਵਿੱਚ ਆ ਤੁਹਾਡੀਆਂ ਆਬਜ਼ਰਵ ਬੇਰਿੰਗ ਆ, ਅਗਲੇ ਬੰਨੇ ਕਰੈਕਸ਼ਨ ਦੇਤੀ ਵੀ ਕਿੱਥੇ ਕਿੱਥੇ ਕਿੰਨੀ ਕਰੈਕਸ਼ਨ, ਕਿੱਥੇ ਪੋਜ਼ਿਟਿਵ ਹੈ ਕਿੱਥੇ ਨੈਗੇਟਿਵ ਹੈ। ਫਿਰ ਆਪਾਂ ਕਰੈਕਟ ਬੇਰਿੰਗ ਲਿਖਤੀਆਂ ਜਿਹੜੀਆਂ ਆਪਾਂ ਕਰੈਕਟ ਕਰਕੇ ਕੀਤੀਆਂ। ਉਸ ਤੋਂ ਬਾਅਦ ਫਿਰ ਆਪਾਂ ਜੇ ਐਂਗਲ ਕੱਢਣੇ ਪੈਣ ਉਸੇ ਤਰ੍ਹਾਂ ਹੀ AB ਦੀ 4 ਬੇਰਿੰਗ ਵਿੱਚੋਂ EA ਦੀ ਬੈਕ ਬੇਰਿੰਗ ਮਾਈਨਸ ਕਰ ਦਾਂਗੇ, ਤੁਹਾਡੇ ਕੋਲ ਐਂਗਲ ਆ ਜਾਊਗਾ। ਸੋ ਇਸ ਤਰ੍ਹਾਂ ਜਿੱਦਾਂ ਤੁਹਾਨੂੰ ਪਿੱਛੇ ਐਂਗਲ ਕਰਾਏ ਆ ਇਹਦੇ ਐਂਗਲ ਵੀ ਆਪਾਂ ਕੱਢ ਸਕਦੇ ਹਾਂ। ਇਸ ਤੋਂ ਬਾਅਦ ਮੈਗਨੈਟਿਕ ਡੈਕਲੀਨੇਸ਼ਨ ਲਾਸਟ ਟੌਪਿਕ ਆ ਸਾਡਾ। ਸੋ ਮੈਗਨੈਟਿਕ ਡੈਕਲੀਨੇਸ਼ਨ ਕੀ ਚੀਜ਼ ਹੈਗੀ ਆ ਕਿ ਜਦੋਂ ਤੁਹਾਡਾ ਮਰੀਡੀਅਨ ਜਿਹੜਾ ਇੱਕ ਟਰੂ ਮਰੀਡੀਅਨ ਆ, ਇੱਕ ਤੁਹਾਡਾ ਮੈਗਨੈਟਿਕ ਮਰੀਡੀਅਨ ਆ, ਇੱਕ ਸ਼ਬਦ ਹੁੰਦਾ ਡਿਪ ਆਫ ਨੀਡਲ, ਮਤਲਬ ਨੀਡਲ ਜਿਹੜੀ ਤੁਹਾਡੀ ਸੂਈ ਆ ਡਿਪ ਆਫ ਨੀਡਲ ਡਿਪ ਕਰ ਜਾਂਦੀ ਆ, ਤੇ ਫਿਰ ਜਿਹੜਾ ਟਰੂ ਮਰੀਡੀਅਨ ਤੇ ਮੈਗਨੈਟਿਕ ਮਰੀਡੀਅਨ ਮਤਲਬ ਇੱਕ ਦੂਜੇ ਉੱਪਰ ਕੋਇਨਸਾਈਡ ਨਹੀਂ ਕਰਦਾ। ਤੇ ਇਹਦਾ ਮਤਲਬ ਟਰੂ ਮਰੀਡੀਅਨ ਤੇ ਮੈਗਨੈਟਿਕ ਮਰੀਡੀਅਨ, ਜਿਹੜਾ ਟਰੂ ਮਰੀਡੀਅਨ ਕਿਹੜਾ ਸੀ, ਜਿਹੜਾ ਧਰਤੀ ਦਾ ਅਸਲੀ ਨਾਰਥ ਤੇ ਸਾਊਥ, ਨਾਰਥ ਤੇ ਸਾਊਥ ਜਿਹੜੀ ਲਾਈਨ ਆ, ਤੇ ਜਿਹੜੀ ਤੁਹਾਡੀ ਫ੍ਰੀਲੀ ਸਸਪੈਂਡਡ ਮੈਗਨੈਟਿਕ ਨੀਡਲ ਆ, ਉਹ ਜਿਹੜਾ ਨਾਰਥ ਸਾਊਥ ਆ, ਉਹ ਆਪਸ ਵਿੱਚ ਜਿਹੜਾ ਹੌਰੀਜੈਂਟਲ ਐਂਗਲ ਬਣਾਉਂਦੇ ਆ, ਉਹਨੂੰ ਆਪਾਂ ਮੈਗਨੈਟਿਕ ਡੈਕਲੀਨੇਸ਼ਨ ਕਹਿੰਦੇ ਆ। ਸੋ ਮੈਗਨੈਟਿਕ ਡੈਕਲੀਨੇਸ਼ਨ ਉਹ ਜਿਹੜੀ ਤੁਹਾਡੀ ਟਰੂ ਮਰੀਡੀਅਨ, ਟਰੂ ਤੇ ਰਹਿਣਾ ਨਾ, ਕਿਉਂਕਿ ਧਰਤੀ ਦਾ ਨਾਰਥ ਤੇ ਸਾਊਥ ਆ ਉਹ ਤੇ ਬਿਲਕੁਲ ਸਟੇਸ਼ਨਰੀ ਆ, ਉਹ ਜਿੱਥੇ ਹੈਗੇ ਉੱਥੇ ਰਹਿਣੇ ਆ। ਤੇ ਮਤਲਬ ਅੱਗੇ ਪਿੱਛੇ ਕੌਣ ਜਾਂਦਾ, ਮੈਗਨੈਟਿਕ ਮਰੀਡੀਅਨ। ਜੇ ਮੈਗਨੈਟਿਕ ਮਰੀਡੀਅਨ ਜਾਂ ਵੈਸਟ ਵਾਲੇ ਪਾਸੇ ਚੱਲ ਜਾਊਗਾ ਜਾਂ ਈਸਟ ਵਾਲੇ ਪਾਸੇ ਚੱਲ ਜਾਊਗਾ। ਇਹਦਾ ਮਤਲਬ ਜਿੰਨਾ ਕਿੰਨੇ ਡਿਗਰੀ ਈਸਟ ਚੱਲ ਗਿਆ, ਕਿੰਨੇ ਡਿਗਰੀ ਵੈਸਟ ਚੱਲ ਗਿਆ, ਉਹਨੂੰ ਆਪਾਂ ਉਹਦਾ ਮੈਗਨੈਟਿਕ ਡੈਕਲੀਨੇਸ਼ਨ ਕਵਾਂਗੇ। ਸੋ ਤੁਸੀਂ ਫਿਗਰ ਚ ਕਲੀਅਰ ਕਰ ਦਿਓਗੇ। ਆਹ ਦੇਖੋ TN ਕੀ ਆ, ਟਰੂ ਨਾਰਥ, MN ਕੀ ਆ, ਮੈਗਨੈਟਿਕ ਨਾਰਥ। ਹੁਣ ਦੇਖੋ ਮੈਗਨੈਟਿਕ ਨਾਰਥ ਤੁਹਾਡਾ ਈਸਟ ਵਾਲੇ ਪਾਸੇ ਆ ਗਿਆ, ਤੇ ਜਿਹੜਾ ਐਂਗਲ ਬਣਿਆ ਵਿੱਚ ਉਹਨੂੰ ਕਹਿੰਦੇ ਆ ਮੈਗਨੈਟਿਕ ਡੈਕਲੀਨੇਸ਼ਨ। ਇਸ ਤਰ੍ਹਾਂ ਟਰੂ ਨਾਰਥ ਤੁਹਾਡਾ ਇੱਧਰ ਆ, ਮੈਗਨੈਟਿਕ ਨਾਰਥ ਜਿਹੜਾ ਤੁਹਾਡਾ ਉਹ ਵੈਸਟ ਵਾਲੇ ਪਾਸੇ ਆ ਗਿਆ, ਤੇ ਜਿਹੜਾ ਐਂਗਲ ਬਣਿਆ ਉਹ ਤੁਹਾਡਾ ਕੀ ਆ, ਮੈਗਨੈਟਿਕ ਡੈਕਲੀਨੇਸ਼ਨ। ਜੋ ਜੀ ਮੈਗਨੈਟਿਕ ਡੈਕਲੀਨੇਸ਼ਨ ਜੇ ਆ ਜੇ ਤੇ ਆਪਾਂ ਉੱਥੇ ਟਰੂ ਬੇਰਿੰਗ ਕੱਢਣੀ ਆ, ਤੇ ਟਰੂ ਬੇਰਿੰਗ ਇਜ਼ ਇਕੁਅਲ ਟੂ ਮੈਗਨੈਟਿਕ ਬੇਰਿੰਗ ਪਲੱਸ ਜਾਂ ਮਾਈਨਸ ਡੈਕਲੀਨੇਸ਼ਨ। ਪਲੱਸ ਸਾਈਨ ਕਦੋਂ ਕਰਾਂਗੇ, ਜਦੋਂ ਤੁਹਾਡਾ ਮੈਗਨੈਟਿਕ ਮਰੀਡੀਅਨ ਈਸਟ ਵਾਲੇ ਪਾਸੇ ਚੱਲ ਗਿਆ, ਤੇ ਜੇ ਤੁਹਾਡਾ ਵੈਸਟ ਵਾਲੇ ਪਾਸੇ ਚੱਲ ਜੂਗਾ ਤੇ ਫਿਰ ਆਪਾਂ ਮਾਈਨਸ ਕਰਾਂਗੇ। ਇਸੇ ਤਰ੍ਹਾਂ ਜੇ ਮੈਗਨੈਟਿਕ ਬੇਰਿੰਗ ਕਰਨੀ ਆ, ਟਰੂ ਬੇਰਿੰਗ ਵਿੱਚ ਪਲੱਸ ਜਾਂ ਮਾਈਨਸ ਹੋਊਗੀ, ਕੌਣ ਭਲਾ, ਡੈਕਲੀਨੇਸ਼ਨ। ਮੈਗਨੈਟਿਕ ਡੈਕਲੀਨੇਸ਼ਨ ਕੌਣ ਕੀ ਚੀਜ਼ ਹੈਗੀ ਆ, ਟਰੂ ਮਰੀਡੀਅਨ ਤੇ ਮੈਗਨੈਟਿਕ ਮਰੀਡੀਅਨ, ਇਹਨਾਂ ਦੋਵਾਂ ਦੇ ਵਿੱਚ ਜਿਹੜਾ ਹੌਰੀਜੈਂਟਲ ਐਂਗਲ। ਸੋ ਪੋਜ਼ਿਟਿਵ ਸਾਈਨ ਆਪਾਂ ਵੈਸਟ ਵਾਲੇ ਪਾਸੇ ਲਾਵਾਂਗੇ ਇਹਦੇ 'ਚ, ਤੇ ਜਿਹੜਾ ਨੈਗੇਟਿਵ ਸਾਈਨ ਆ ਉਹ ਆਪਾਂ ਈਸਟ ਵਾਲੇ ਪਾਸੇ ਲਾਵਾਂਗੇ। ਸੋ ਆ ਇੱਕ ਐਗਜ਼ਾਮਪਲ ਆ, ਤੁਹਾਨੂੰ ਕਲੀਅਰ ਹੋ ਜਾਊਗਾ। ਦੋ ਐਗਜ਼ਾਮਪਲਸ ਦਿੱਤੀਆਂ ਨੇ। ਮੈਗਨੈਟਿਕ ਬੇਰਿੰਗ ਆਫ ਏ ਲਾਈਨ 135 ਡਿਗਰੀ 30 ਮਿੰਟ ਆ। ਵਟ ਵਿਲ ਬੀ ਦਾ ਟਰੂ ਬੇਰਿੰਗ ਇਫ ਦਾ ਡੈਕਲੀਨੇਸ਼ਨ ਕਿੰਨੀ ਹੋਗੀ, 5 ਡਿਗਰੀ 15 ਮਿੰਟ ਵੈਸਟ, ਮਤਲਬ 5 ਡਿਗਰੀ 15 ਮਿੰਟ ਵੈਸਟ ਵਾਲੇ ਪਾਸੇ ਚੱਲ ਗਿਆ। ਸੋ ਇਟ ਮੀਨਸ ਇਹ ਤੁਹਾਡਾ 135 ਹੈਗਾ ਸੀ ਤੁਹਾਡੀ ਮੈਗਨੈਟਿਕ ਬੇਰਿੰਗ। ਆਪਾਂ ਇਹ ਚੋਂ ਟਰੂ ਬੇਰਿੰਗ ਕਰਨੀ ਆ, ਤੇ ਟਰੂ ਬੇਰਿੰਗ ਵਾਲਾ ਫਾਰਮੂਲਾ ਯਾਦ ਕੀਤਾ ਤੁਸੀਂ ਕਿ ਮੈਗਨੈਟਿਕ ਬੇਰਿੰਗ ਦੇ ਵਿੱਚ ਪਲੱਸ ਜਾਂ ਮਾਈਨਸ ਕਰਨੀ ਆ, ਕੀ ਭਲਾ, ਡੈਕਲੀਨੇਸ਼ਨ। ਡੈਕਲੀਨੇਸ਼ਨ ਪਲੱਸ ਕਦੋਂ ਕਰਨੀ ਹੈ, ਜਦੋਂ ਈਸਟ ਵਾਲੇ ਪਾਸੇ ਆ, ਤੇ ਮਾਈਨਸ ਕਦੋਂ ਕਰਨੀ ਹੈ, ਜਦੋਂ ਵੈਸਟ ਵਾਲੇ ਪਾਸੇ ਆ। ਇਹ ਕਿੱਧਰ ਵਾ ਭਲਾ ਵੈਸਟ ਵਾਲੇ ਪਾਸੇ, ਇਹ ਫਿਰ ਮਾਈਨਸ ਕਰ ਦਾਂਗੇ। ਇਸ ਤਰ੍ਹਾਂ ਅੱਗੇ ਟਰੂ ਬੇਰਿੰਗ ਆ CD ਦੀ 210 ਡਿਗਰੀ 45 ਮਿੰਟ ਆ, ਤੇ ਮੈਗਨੈਟਿਕ ਬੇਰਿੰਗ ਕੱਢਣੀ ਆ ਜੇ ਮੈਗਨੈਟਿਕ ਡੈਕਲੀਨੇਸ਼ਨ 8 ਡਿਗਰੀ 15 ਮਿੰਟ ਵੈਸਟ ਵਾਲੇ ਪਾਸੇ ਆ। ਆ ਲੋ ਦੋਵੇਂ ਨਿਊਮੈਰੀਕਲ ਆਪਾਂ ਸੋਲਵ ਕੀਤੇ ਆ। ਟਰੂ ਬੇਰਿੰਗ AB ਦੀ, ਮੈਗਨੈਟਿਕ ਬੇਰਿੰਗ ਮਾਈਨਸ ਡੈਕਲੀਨੇਸ਼ਨ, ਕਿਉਂਕਿ ਵੈਸਟ ਵਾਲੇ ਪਾਸੇ ਆ। ਸੋ 135 ਡਿਗਰੀ 30 ਮਿੰਟ ਮਾਈਨਸ 5 ਡਿਗਰੀ 15 ਮਿੰਟ, ਇਹ 130 ਡਿਗਰੀ 15 ਮਿੰਟ ਤੁਹਾਡਾ ਟਰੂ ਬੇਰਿੰਗ ਆ ਜੂਗੀ, ਉਹਦੀ ਅਸਲੀ ਜਿਹੜੀ ਬੇਰਿੰਗ ਆ। ਸੋ ਮੈਗਨੈਟਿਕ ਬੇਰਿੰਗ ਆਫ AB ਟਰੂ ਬੇਰਿੰਗ। ਹੁਣ ਇਹਦੇ ਚ ਥੋੜਾ ਟਾਈਪਿੰਗ ਮਿਸਟੇਕ ਹੋ ਗਈ ਆ, ਪਲੱਸ ਡੈਕਲੀਨੇਸ਼ਨ ਆ ਕਿਉਂਕਿ ਵੈਸਟ ਵਾਲੇ ਪਾਸੇ ਆ। ਸੋ 210 ਡਿਗਰੀ 45 ਮਿੰਟ ਵਿੱਚ ਆਪਾਂ 8 ਡਿਗਰੀ 15 ਮਿੰਟ ਪਲੱਸ ਕਰ ਦਾਂਗੇ, ਇਹ 209 ਡਿਗਰੀ 00 ਮਿੰਟ ਆ ਜਾਊਗਾ। ਸੋ ਸੋਰਸਸ ਆਫ ਐਰਰ ਇਨ ਕੰਪਾਸ ਸਰਵੇ। ਕੰਪਾਸ ਸਰਵੇ ਵਿੱਚ ਕੁਝ ਗਲਤੀਆਂ ਆਪਾਂ ਕਿੱਦਾਂ ਕਰਦੇ ਆ, ਜਦੋਂ ਅਸੀਂ ਇੱਕ ਸਰਵੇ ਕਰਦੇ ਆ, ਕਿਹੜੇ ਕਿਹੜੇ ਸੋਰਸਸ ਹੈਗੇ ਆ ਜਿਹਦੇ ਨਾਲ ਆਪਾਂ ਗਲਤੀਆਂ ਕਰ ਸਕਦੇ ਆ। ਇੰਸਟਰੂਮੈਂਟਲ ਐਰਰ ਆ, ਐਰਰ ਆਫ ਮੈਨੂਪੂਲੇਸ਼ਨ ਐਂਡ ਸਾਈਟਿੰਗ, ਐਰਰ ਡਿਊ ਟੂ ਐਕਸਟਰਨਲ ਇਨਫਲੂਐਂਸ। ਲੋ ਜੀ ਇੰਸਟਰੂਮੈਂਟਲ ਐਰਰ ਕੀ ਆ,
कि ਜਿਹੜਾ ਤੁਸੀਂ ਇੰਸਟਰੂਮੈਂਟ ਲਾਇਆ ਵਾ ਉਹਦੀ ਨੀਡਲ ਜਿਹੜੀ ਪਰਫੈਕਟਲੀ ਸਟ੍ਰੇਟ ਨਹੀਂ ਹੈਗੀ, ਸਿੱਧੀ ਨਹੀਂ ਹੈਗੀ, ਵਿੰਗੀ ਹੈਗੀ ਹੈ। ਪਿਵਟ ਬੀਇੰਗ ਬੈਂਟ, ਜਿਹੜੀ ਪਿਵਟ ਆ ਉਹ ਬੈਂਟ ਹੋ ਗਈ ਹੈ। ਨਾਟ ਬੀਇੰਗ ਸੈਂਟਰ ਆਫ ਦਾ ਜਿਹੜਾ ਗ੍ਰੈਜੂਏਟ ਸਰਕਲ ਉਹਦੇ ਸੈਂਟਰ 'ਚ ਨਹੀਂ ਹੈਗੀ, ਫਿਰ ਉਹ ਗਲਤੀ ਹੋ ਜੂਗੀ। ਦਾ ਨੀਡਲ ਬੀਇੰਗ ਸਲੱਜ, ਜਿਹੜੀ ਨੀਡਲ ਆ ਉਹ ਸਲੱਜ ਹੋ ਗਈ। ਸਲੱਜ ਦਾ ਮਤਲਬ ਵੀ ਜਿਹੜੀ ਨੀਡਲ ਆ ਉਹਦੇ ਵਿੱਚ ਚੁੰਬਕ ਮੈਗਨੇਟਿਜ਼ਮ ਦਾ, ਜਿਹੜੀ ਚੁੰਬਕ ਆ ਨਾ ਉਹ ਚੁੰਬਕ ਦਾ ਜਿਹੜਾ ਗੁਣ ਵਾ ਉਹ ਲਾਸ ਹੋ ਗਿਆ ਉਹਦੇ 'ਚ, ਮਤਲਬ ਚੁੰਬਕ ਘਟ ਗਈ ਉਹਦੇ ਨਾਲ, ਫਿਰ ਉਹ ਅਸਲੀ ਫਿਰ ਬੇਰਿੰਗ ਨਹੀਂ ਪੜ ਸਕੂਗੀ। ਤੇ ਪਿਵਟ ਬੀਇੰਗ ਡਲ, ਤੇ ਨੀਡਲ ਨਾਈਦਰ ਮੂਵਿੰਗ ਹੌਰੀਜੈਂਟਲ ਤੇ ਨੌਰ ਮੂਵਿੰਗ ਫ੍ਰੀਲੀ ਔਨ ਦਾ ਪਿਵਟ, ਜਿਹੜੀ ਨੀਡਲ ਆ ਉਹ ਹੌਰੀਜੈਂਟਲੀ ਮੂਵ ਨਹੀਂ ਕਰਦੀ ਫ੍ਰੀਲੀ ਡਿਊ ਟੂ ਦਾ ਡਿਪ, ਜਿਹੜੀ ਨੀਡਲ ਆ ਡਿਪ ਕਰ ਰਹੀ ਹੈ, ਡਿਪ ਆਫ ਨੀਡਲ ਹੁਣੇ ਮੈਂ ਤੁਹਾਨੂੰ ਦੱਸਿਆ ਨਾ, ਉਹਦੇ ਕਰਕੇ ਫਿਰ ਉਹ ਕੀ ਆ ਜਾਊਗੀ, ਮੈਗਨੈਟਿਕ ਡੈਕਲਿਨੇਸ਼ਨ ਹੋ ਜੂਗੀ, ਉਹਦੇ ਨਾਲ ਫਿਰ ਬੇਰਿੰਗ ਜਿਹੜੀ ਹੈ ਗਲਤ ਫੜੀ ਜਾਊਗੀ। ਤੋ ਪਲੇਨ ਆਫ ਸਾਈਟ ਨਾਟ ਪਾਸਿੰਗ ਥਰੂ ਦਾ ਸੈਂਟਰ ਆਫ ਦਾ ਗ੍ਰੈਜੂਏਟ, ਜਿਹੜਾ ਸਾਈਟ ਵਾ ਮਤਲਬ ਪਲੇਨ ਆਫ ਸਾਈਟ ਜਿਹੜੀ ਆ ਉਹ ਸੈਂਟਰ ਦੇ ਵਿੱਚੋਂ ਪਾਸ ਜੇ ਨਹੀਂ ਕਰਦੀ। ਸੋ ਵਰਟੀਕਲ ਹੇਅਰ ਬੀਇੰਗ ਟੂ ਥਿਕ, ਮਤਲਬ ਜਿਹੜਾ ਤੁਹਾਡਾ ਵਰਟੀਕਲ ਜਿਹੜੀ ਹੇਅਰ ਕਿੱਥੇ ਲੱਗਾ ਹੁੰਦਾ, ਜਿਹੜੀ ਤੁਹਾਡੀ ਆਬਜੈਕਟ ਵੇਨ ਹੈਗੀ ਆ ਉਹਦੇ 'ਚ ਧਾਗਾ ਲੱਗਾ ਹੁੰਦਾ, ਜੇ ਬਹੁਤ ਜ਼ਿਆਦਾ ਮੋਟਾ ਵਾ ਜਾਂ ਬਹੁਤ ਜ਼ਿਆਦਾ ਲੂਜ਼ ਆ ਉਹਦੇ ਕਰਕੇ ਵੀ ਫਿਰ ਉਹ ਗਲਤੀ ਜਿਹੜੀ ਆ ਇੰਸਟਰੂਮੈਂਟ ਦੇ ਕਰਕੇ ਆਉਂਦੀ। ਇਹ ਗਲਤੀਆਂ ਇੰਸਟਰੂਮੈਂਟ ਜੇ ਖਰਾਬ ਆ ਉਹਦੇ ਕਰਕੇ ਆਈਆਂ। ਇਸ ਤੋਂ ਬਾਅਦ ਡਿਊ ਟੂ ਮੈਨੂਪੂਲੇਸ਼ਨ, ਇਨਐਕੂਰੇਟ ਸੈਂਟਰਿੰਗ, ਅਸੀਂ ਮਤਲਬ ਇੰਨੇ ਸਕਿਲਡ ਨਹੀਂ ਹੈਗੇ, ਅਸੀਂ ਮਤਲਬ ਕੰਪਾਸ ਨੂੰ ਲਾਈਟਲੀ ਸਮਝਿਆ ਤੇ ਚੰਗੀ ਤਰ੍ਹਾਂ ਮਤਲਬ ਉੱਤੇ ਸੈਂਟਰਿੰਗ ਨਹੀਂ ਕੀਤੀ। ਕੰਪਾਸ ਤੇ ਜੇ ਸੈਂਟਰਿੰਗ ਨਹੀਂ ਕਰਾਂਗੇ ਤੇ ਜਿਹੜੇ ਸਟੇਸ਼ਨ ਦੀ ਬੇਰਿੰਗ ਪੜਨੀ ਆਪਾਂ ਨਹੀਂ ਪੜਾਂਗੇ, ਫਿਰ ਗਲਤੀ ਹੋ ਜੂਗੀ। ਸੋ ਇਨਐਕੂਰੇਟ ਲੈਵਲਿੰਗ, ਆਪਾਂ ਕੰਪਾਸ ਦੀ ਲੈਵਲਿੰਗ ਨਹੀਂ ਕੀਤੀ। ਤੁਹਾਨੂੰ ਯਾਦ ਆ ਗਿਆ ਹੋਗਾ ਵੀ ਜਦੋਂ ਪਿਛਲੇ ਲੈਕਚਰ 'ਚ ਪੜਿਆ ਸੀਗਾ ਉਹਦੇ 'ਚ ਬਾਲ ਐਂਡ ਸੌਕਟ ਅਰੇਂਜਮੈਂਟ ਹੀ, ਉਹਦੇ ਨਾਲ ਆਪਾਂ ਮਤਲਬ ਇਹਨੂੰ ਕਰਦੇ ਸੀਗੇ। तो बाल एंड सॉफ्ट अरेंजमेंट पता लग गया ना तुहानू। तो जे आप लैवलिंग नहीं की तो इंस्ट्रूमेंट के नाल फिर तुहाडा जिहड़ी बेयरिंग आ वो गलत पड़ी जाऊगी। इन परफेक्ट बाइसैक्शन ऑफ रेंजिंग रोड, रेंजिंग रोड किते आ आपां साइड किते होर करदे पए आ ते उहदे नाल फिर स्टेशन इन ऑर्डर टू ऑब्जेक्ट जो भी आ उहदे नाल फिर बेयरिंग जिहड़ी गलत पड़ी जाऊगी। तो केयरलेसनेस इज रीडिंग इज नीडल और रीडिंग इन द ग्रेजुएट सर्कल थ्रू द प्रिज्म, मतलब आपां केयरलैस मतलब जे ध्यान दे नाल नहीं रीडिंग पढ़ रहे, नीडल नूं ध्यान नाल नहीं वेखिया भी नीडल है कित्थे आ ते बेयरिंग किधर पढ़दे पे आ, एंगल कित्थे पढ़दे पे आ, सो इहदे नाल भी गलती हो जूगी। केयरलैस इज रिकॉर्डिंग द ऑब्जर्व बेयरिंग। हुण कई इदां भी होगा भी जिद्दां उहने बेयरिंग पढ़ती, हाँ भी नोट कर ला इन्नी आ गई 135 डिग्री 32 मिनट आ गई, हुण 135 की जगह ते 32 की जगह ते 2 इधर पा दूगा 3 उधर पा दूगा 23 डिग्री बन गया। इट मीनस ਆਪਾਂ ਜਿਹੜੀ ਅਬਜ਼ਰਵ ਬੇਰਿੰਗ ਆ ਉਹਨੂੰ ਲਿਖਣ ਦੇ ਵਿੱਚ ਗਲਤੀ ਕਰ ਲਈ। ਸੋ ਇਹ ਜਿਹੜੀਆਂ ਆਪਾਂ ਇਹਨਾਂ ਨੂੰ ਪਰਸਨਲ ਐਰਰ ਵੀ ਕਹਿ ਸਕਦੇ ਹਾਂ। ਇਸ ਤੋਂ ਬਾਅਦ ਐਰਰ ਡਿਊ ਟੂ ਐਕਸਟਰਨਲ ਇਨਫਲੂਐਂਸ, ਮੈਗਨੈਟਿਕ ਚੇਂਜ ਇਨ ਐਟਮੋਸਫੇਅਰ ਔਨ ਦਾ ਕਲਾਉਡੀ, ਮਤਲਬ ਜੇ ਸਟਾਰਮੀ ਡੇ ਆ ਬਦਲੇ ਵਾਲੇ ਦਿਨ ਵਾ ਉਦੋਂ ਫਿਰ ਥੋੜਾ ਮੈਗਨੈਟਿਕ ਥੋੜਾ ਚੇਂਜ ਹੁੰਦਾ, ਉਹਦੇ ਨਾਲ ਵੀ ਫਿਰ ਜਿਹੜੀ ਬੇਰਿੰਗ ਆ ਉਹ 'ਚ ਫਰਕ ਪੈਂਦਾ ਵਾ। ਇਰਰੈਗੂਲਰ ਵੇਰੀਏਸ਼ਨ ਡਿਊ ਟੂ ਮੈਗਨੈਟਿਕ ਸਟਾਰਮ, ਅਰਥਕੁਇਕ ਭੁਚਾਲ, ਸਨ ਸਪॉट्स ਜਿੱਦਾਂ ਲਿਊਨਰ ਪ੍ਰਗਟੇਸ਼ਨ ਮਤਲਬ ਚੰਦਰਮਾ ਜਿਹੜਾ ਗ੍ਰਹਿਣ ਨਾਲ ਲੱਗਣਾ, ਠੀਕ ਹੈ ਨਾ, ਚੰਦਰਮਾ ਛੋਟਾ ਵੱਡਾ ਹੋ ਗਿਆ, ਉਹਦੇ ਨਾਲ ਵੀ ਕੁਝ ਜਿਹੜਾ ਫਰਕ ਆ ਉਹ ਬੇਰਿੰਗ ਦੇ ਵਿੱਚ ਪੈਂਦਾ ਵਾ। ਵੇਰੀਏਸ਼ਨ ਡੈਕਲਿਨੇਸ਼ਨ ਸੈਕੂਲਰ ਐਨੂਅਲ ਡਿਊਰਨਲ ਮਤਲਬ ਸਾਲਾਨਾ ਤੌਰ ਤੇ ਜਾਂ ਕੁਝ ਸਮੇਂ ਬਾਅਦ ਜਾਂ ਡਿਕੇਡ ਬਾਅਦ ਕੁਝ ਚੇਂਜਿੰਗ ਆਉਂਦੀਆਂ ਵਾ, ਉਹਦੇ ਕਰਕੇ ਵੀ ਜਿਹੜੀਆਂ ਇਹ ਜਿਹੜੀਆਂ ਬੇਰਿੰਗ ਫਾਰਮ ਦੇ ਵਿੱਚ ਗਲਤੀ ਹੋਊਗੀ। ਹੁਣ ਲੋਕਲ ਟਰੈਕਸ਼ਨ ਜਿਹੜੀ ਆ ਡਿਊ ਟੂ ਪ੍ਰੋਕਸੀਮਿਟੀ ਆਫ ਸਟੀਲ ਸਟਰਕਚਰ ਆ, ਕੋਈ ਲੋਹੇ ਦੀ ਚੀਜ਼ ਆ, ਚਾਬੀਆਂ ਦਾ ਗੁੱਛਾ ਵਾ, ਅਸੀਂ ਨਹੀਂ ਧਿਆਨ ਰੱਖਿਆ, ਉਹਦੇ ਨਾਲ ਵੀ ਫਿਰ ਗਲਤੀ ਆ ਜੂਗੀ। ਸੋ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਆ। ਅੱਜ ਦਾ ਜਿਹੜਾ ਟਾਸਕ ਸੀਗਾ ਬੜਾ ਮਤਲਬ ਟਿਪੀਕਲ ਜਿਹਾ ਟਾਸਕ ਸੀਗਾ, ਸੋ ਫਿਰ ਵੀ ਸਾਰਿਆਂ ਨੇ ਬੜਾ ਸਹਿਯੋਗ ਦਿੱਤਾ। ਸੋ ਮੈਂ ਆਸ ਕਰਦਾ ਕਿ ਕਾਫੀ ਹੱਦ ਤੱਕ ਸਾਰਿਆਂ ਨੂੰ ਪਤਾ ਲੱਗ ਗਿਆ ਹੋਊਗਾ। ਸੋ ਮੈਂ ਇੱਕ ਵਾਰੀ ਫਿਰ ਸਾਰਿਆਂ ਦਾ ਧੰਨਵਾਦ ਕਰਦਾ ਵਾਂ। ਸੋ ਹੋਸਟ ਨੂੰ ਕਹਿਣਾ ਵਾ ਵੀ ਜੇ ਕਿਸੇ ਦਾ ਕੋਈ ਕੁਐਰੀ ਹੋਵੇ ਤਾਂ ਕਰ ਸਕਦਾ ਜੀ।
मेरे ख्याल किसी का कोई क्वेरी नहीं हैगी लगती। सो मैं एक बारी फिर साਰਿਆਂ ਦਾ बहुत बहुत ਧੰਨਵਾਦ करता ਵਾ। सो ਸਾਰਿਆਂ ने अपना कीमती समा दिता। सो कृपा करके जी PPT आ वो मैं ग्रुप च पा दिना हुन्ना, उन्होंने दोबारा रिपीट कर सकते हैं। जे फिर कोई प्रॉब्लम आती है तो तुसी दोबारा मतलब फोन भी कर सकते हैं। सो सारिਆਂ ਦਾ एक बारी बहुत बहुत धन्नवाद। थैंक यू जी।